सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल हाज़र हां खबरां दा प्राइम टाइम लैके। खबरां दे प्राइम टाइम दे विच अज एक बार फिर तो गल असीं किसानां दी करांगे। उस मुलाकात दी गलबात दी करांगे जो बुधवार नूं होण जा रही है केंद्र ते किसानां दे विचाले जो सद्दा दित्ता गया है। केंद्र दे वल्लों दित्ते गए गलबात दे सद्दे दा समां नज़दीक आ रहा है, पर उस तो पहलां किसान जथेबंदियां दी वख-वख राय भी सामने आ रही है ते केंद्र दे नाल गलबात तो पहलां ਹੁਣ किसान जथेबंदियां दे सामने चुनौती एकता ਨੂੰ बरकरार ਰੱਖਣ ਅਤੇ ਹੋਰ ਮਜ਼ਬੂਤ ਕਰਨ ਦੀ ਹੈ। ਇਹ ਕਿਉਂਕਿ ਕੁਝ ਕਿਸਾਨ ਜਥੇਬੰਦੀਆਂ ਮੰਗਲਵਾਰ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਬਿਆਨ ਦੇ ਰਹੀਆਂ ਨੇ ਕਿ ਉਹ ਇਸ ਸੱਦੇ ਦੇ ਖਿਲਾਫ ਨੇ। ਕੁਝ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਸੱਦੇ ਦੇ ਹੱਕ ਦੇ ਵਿੱਚ ਨੇ, ਯਾਨੀ ਕਿ ਵਿਰੋਧ ਵੀ ਹੋ ਰਿਹਾ ਹੈ ਤੇ ਉਸ ਦੇ ਪੱਖ ਦੇ ਵਿੱਚ ਸੱਦੇ ਦੇ ਉੱਤੇ ਗੱਲਬਾਤ ਕਰਨ ਦੀ ਗੱਲ ਵੀ ਹੋ ਰਹੀ ਹੈ। ਅੱਜ ਦੀ ਇਸ ਚਰਚਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਨਾ ਸੱਦਿਆ ਜਾਵੇ, ਸਿਰਫ ਕਿਸਾਨਾਂ ਦੀ ਸੁਣੀ ਜਾਵੇ ਕਿ ਕਿਸਾਨ ਕੀ ਕਹਿ ਰਹੇ ਨੇ, ਕੀ ਚਾਹੁੰਦੇ ਨੇ, ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਕਿਉਂ ਕੀਤਾ ਜਾ ਰਿਹਾ ਇਸ ਸੱਦੇ ਦਾ, ਇਸ ਗੱਲਬਾਤ ਦਾ, ਤੇ ਦੂਜੇ ਪਾਸੇ ਜਿਹੜੇ ਐਕਸਪਰਟਸ ਨੇ ਖੇਤੀਬਾੜੀ ਦੇ ਉਹ ਕੀ ਕਹਿ ਰਹੇ ਨੇ। ਪੂਰੇ ਮੁੱਦੇ ਉੱਤੇ ਗੱਲਬਾਤ ਹੋਏਗੀ। ਕਿਸਾਨ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੰਗਲਵਾਰ ਨੂੰ ਜੋ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਹੈ, ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨ ਆਗੂਆਂ ਦੀ ਰਾਏ ਲੈ ਸਕੀਏ। ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਹਰ ਰੋਜ਼ ਦੀ ਤਰ੍ਹਾਂ ਇੱਕ ਰਿਪੋਰਟ ਦੇ ਨਾਲ। किसानां दे लंबे हुंदे जा रहे संघर्ष ते पंजाब दी रफ्तार ते लगी ब्रेक दे विचाले गलबात तुरन दी उम्मीद दे उत्ते हुण सस्पेंस खड़ा हो गया है, क्योंकि बुधवार नूं होण वाली मीटिंग तो पहलां ही किसान जथेबंदियां केंद्र दे वल्लों भेजे गए सद्दे दे हक दे विच ते खिलाफ आवाज बुलंद कर रहीआं ने। केंद्र ने 29 जथेबंदियां नूं बुधवार नूं गलबात लई दिल्ली सद्दिआ है ते उन्हां दे विचों एक किसान मजदूर संघर्ष कमेटी ने केंद्र दे सद्दे नूं ठुकराउण दा ऐलान कर दित्ता है। तो उधर भारतीय किसान यूनियन उगराहां ने मीटिंग दे विच जाण दा ऐलान कर दिता है ते बीकेयू उगराहां ने चंडीगढ़ वाली मीटिंग तो भी किनारा कर लिया। ਜਿਹੜੀ ਚਿੱਠੀ ਆਈ ਉਹਦੇ ਚ ਐਗਰੀਕਲਚਰ ਸੈਕਟਰੀ ਜਿਹੜੇ ਕੇਂਦਰ ਦੇ ਨੇ ਉਹ ਗੱਲਬਾਤ ਕਰ ਰਹੇ ਨੇ। ਕਿਸੇ ਬਿਊਰੋਕਰੇਟ ਜਾਂ ਆਈਐਸ ਅਫਸਰ ਦੀ ਕੀ ਹੈਸੀਅਤ ਹੁੰਦੀ ਆ ਜਦੋਂ ਉਹਦਾ ਪ੍ਰਧਾਨ ਮੰਤਰੀ ਇਹ ਬਿਆਨ ਦੇਵੇ ਵੀ ਅਸੀਂ 21ਵੀਂ ਸਦੀ ਦਾ ਸਭ ਤੋਂ ਵਧੀਆ ਫੈਸਲਾ ਕਰ ਲਾ ਵਾ, ਉਹਦੇ ਅਗੇਂਸਟ ਉਹ ਫੈਸਲਾ ਕਰ ਸਕੂਗਾ? ਕੋਈ ਅਥਾਰਟੀ ਹੈ ਪੰਜਾਬ ਦੇ ਲੋਕੋ? ਫੈਸਲਾ ਤੁਸੀਂ ਆਪ ਕਰਨਾ। ਸੋ ਇਸ ਕਰਕੇ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਮੀਟਿੰਗ ਵਿੱਚ ਜਾਣ ਦਾ ਫੈਸਲਾ ਨਾ ਚ ਕੀਤਾ ਵੀ ਅਸੀਂ ਮੀਟਿੰਗ ਵਿੱਚ ਨਹੀਂ ਜਾਵਾਂਗੇ। ਇਹ ਤੋਂ ਗਾਹਾਂ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਸੀ ਵੀ ਪ੍ਰਧਾਨ ਮੰਤਰੀ ਜੀ ਸਵੈਮ ਮੀਟਿੰਗ ਸੱਦਣ, ਸਾਰੇ ਦੇਸ਼ ਦੇ ਕਿਸਾਨਾਂ ਨੂੰ ਸੱਦਣ। ਸਾਰੀਆਂ ਜਥੇਬੰਦੀਆਂ ਜਿੰਨੀਆਂ ਲੜ ਰਹੀਆਂ ਨੇ ਉਹਨਾਂ ਨੂੰ ਸੱਦਾ ਹੈ। ਮੇਰੇ ਖਿਆਲ ਵਿੱਚ ਉਹ ਸਾਰੀਆਂ ਜਾਣਗੀਆਂ, ਕਿਉਂਕਿ ਨਾ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਜਾਣਗੀਆਂ ਉਹ ਜਥੇਬੰਦੀਆਂ ਆਪਣੇ ਆਪਣੇ ਕੀ ਸੋਚ ਕੇ ਰੱਖਦੀਆਂ ਨੇ, ਉਹ ਮੁੱਦੇ ਲੈ ਕੇ ਆਉਣਗੀਆਂ। ਅਸੀਂ ਆਪਦਾ ਬਣਾ ਕੇ ਲੈ ਕੇ ਜਾਵਾਂਗੇ, ਬਾਅਦ ਦਲੀਲ ਬਣਾ ਕੇ ਲੈ ਕੇ ਜਾਵਾਂਗੇ ਕਿਵੇਂ ਤੁਹਾਡੇ ਆਰਡੀਨੈਂਸ ਨੇ ਜਿਹੜੇ ਜੋ ਕਾਨੂੰਨ ਜਾਰੀ ਕੀਤੇ ਨੇ ਇਹ ਗਲਤ ਨੇ, ਕਿਵੇਂ ਇਹ ਖੇਤੀ ਦਾ ਨੁਕਸਾਨ ਕਰ ਦੇਣਗੇ, ਕਿੱਥੇ ਕਿੱਥੇ ਇਹਦੀ ਕੋਈ ਲੋੜ ਸੀ ਕਿ ਨਹੀਂ। ਅਸੀਂ ਸਾਰਾ ਕੁਝ ਲੈ ਕੇ ਜਾਵਾਂਗੇ, ਅਸੀਂ ਆਪਦੀ ਪੱਖ ਰੱਖਾਂਗੇ ਉੱਥੇ ਤੇ ਵਾਪਸ ਲੈਣ ਵਾਸਤੇ ਜ਼ੋਰ ਪਾਵਾਂਗੇ। ਕੱਲ ਵੀ ਮੀਟਿੰਗ ਰੱਖੀ ਗਈ ਜਿਹੜੀ ਜਲੰਧਰ ਸੇ ਚੰਡੀਗੜ੍ਹ ਰੱਖੀ ਗਈ ਸਾਰੀ ਜਥੇਬੰਦੀਆਂ ਵੱਲੋਂ ਕਿ ਉਹਦੇ ਵਿੱਚ ਕੀ ਵਿਚਾਰਧਾਰਾ ਕੀਤੀ ਜਾਊਗੀ, ਮਤਲਬ ਕਿ ਆਉਣ ਵਾਲਾ ਮਤਲਬ ਬਿੱਲ 'ਚ ਕੀ ਹੋਣਾ ਚਾਹੀਦਾ ਖੇਤੀ ਕਾਨੂੰਨ 'ਚ? ਦੇਖੋ ਅਸੀਂ ਉਹ ਮੀਟਿੰਗ ਦਾ ਹਿੱਸਾ ਨਹੀਂ ਹਾਂ, ਉਹ ਉਹਨਾਂ ਦੀ ਮਰਜ਼ੀ ਹੈ, ਉਹ ਕੀ ਰੱਖਦੇ ਨੇ, ਉਹ ਕੀ ਵਿਚਾਰ ਕਰਦੇ ਨੇ, ਉਹਨਾਂ ਦਾ ਸਾਡਾ ਏਜੰਡਾ। ਕਿਸਾਨ ਆਗੂ ਵੱਲੋਂ ਇਲਜ਼ਾਮ ਤਾਂ ਵੰਡ ਪਾਉਣ ਦੇ ਵੀ ਲਗਾਏ ਜਾ ਰਹੇ ਨੇ ਕਿ ਹਰਿਆਣਾ ਅਤੇ ਦੇਸ਼ ਦੀਆਂ ਹੋਰ ਜਥੇਬੰਦੀਆਂ ਤੋਂ ਪੰਜਾਬ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਤਾਂ ਭਰਾਓ ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਸਾਜ਼ਿਸ਼ ਆ ਰਹੀ ਸਾਡੇ ਸਾਹਮਣੇ ਵੀ ਹਰਿਆਣੇ ਵਾਲੀਆਂ 17 ਜਥੇਬੰਦੀਆਂ ਨੂੰ ਪਾੜਿਆ ਗਿਆ, ਹਰਿਆਣੇ ਵਾਲੇ ਕਿਸਾਨਾਂ ਨੂੰ ਸਭ ਤੋਂ ਅੱਡ ਕੀਤਾ ਗਿਆ, ਦੇਸ਼ ਦੀ ਹੋਰ ਕਿਸੇ ਜਥੇਬੰਦੀ ਨੂੰ ਨਹੀਂ ਸੱਦਿਆ ਗਿਆ। ਯਾਨੀ ਪੂਰੇ ਦੇਸ਼ ਦੀ ਲੜਾਈ ਹੈ, ਖੇਤੀ ਤਾਂ ਪੂਰੇ ਦੇਸ਼ ਦੀ ਤਬਾਹ ਹੋਣੀ ਹੈ, ਹਰਿਆਣੇ ਦੀ ਵੀ ਤੇ ਪੰਜਾਬ ਦੀ ਵੀ। ਕੇਂਦਰ ਦਾ ਇਹ ਸਾਜ਼ਿਸ਼ ਹੈ ਵੀ ਇਹਨਾਂ ਨੂੰ ਅੱਡ ਕਰੀਏ। ਉਧਰ ਖੇਤੀ ਕਾਨੂੰਨਾਂ ਦਾ ਮੁੱਦਾ ਸੁਪਰੀਮ ਕੋਰਟ ਵੀ ਪਹੁੰਚਿਆ ਹੈ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਉੱਤੇ ਫੌਰੀ ਤੌਰ ਤੇ ਰੋਕ ਲਗਾਉਣ ਤੋਂ ਤਾਂ ਇਨਕਾਰ ਕਰ ਦਿੱਤਾ, ਪਰ ਕੇਂਦਰ ਤੋਂ ਮਾਮਲੇ 'ਚ 6 ਹਫ਼ਤਿਆਂ 'ਚ ਜਵਾਬ ਜ਼ਰੂਰ ਮੰਗ ਲਿਆ ਗਿਆ। ਕੇਂਦਰ ਦੇ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕੀ ਕਿਸਾਨ ਇਕਜੁੱਟ ਰਹਿ ਪਾਉਣਗੇ?
ਇਹ ਤਾਂ ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ 'ਚ ਹੋਣ ਵਾਲੀ ਮੀਟਿੰਗ ਤੋਂ ਬਾਅਦ ਸਾਫ਼ ਹੋਵੇਗਾ, ਪਰ ਵਿਰੋਧ ਦੇ ਉੱਠੇ ਸੁਰ ਕਿਸਾਨਾਂ ਦੇ ਏਕੇ ਤੇ ਗੱਲਬਾਤ ਦੇ ਪਹੀਏ ਦੇ ਰੁੜਨ ਤੋਂ ਪਹਿਲਾਂ ਹੀ ਉਸ ਦੇ ਵਿੱਚ ਅੜਿੱਕਾ ਜ਼ਰੂਰ ਪਾ ਸਕਦੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਮੰਗਲਵਾਰ ਦੀ ਮੀਟਿੰਗ ਹੀ ਤੈਅ ਕਰੇਗੀ ਕਿ ਕਿਸਾਨ ਜਥੇਬੰਦੀਆਂ ਜਾ ਕੇ ਦਿੱਲੀ ਦੇ ਵਿੱਚ ਗੱਲਬਾਤ ਕਰ ਰਹੀਆਂ ਨੇ ਜਾਂ ਨਹੀਂ। ਪਰ ਜੋ ਰਿਪੋਰਟ ਦੇ ਵਿੱਚ ਅਸੀਂ ਸੁਣਨ ਨੂੰ ਵੀ ਸਾਨੂੰ ਮਿਲਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਤਾਂ ਕਲੀਅਰ ਕਰ ਦਿੱਤਾ ਕਿ ਅਸੀਂ ਤਾਂ ਜਾ ਰਹੇ ਹਾਂ, ਅਸੀਂ ਤਾਂ ਮੀਟਿੰਗ ਦੇ ਵਿੱਚ ਸ਼ਾਮਲ ਹੋਵਾਂਗੇ, ਅਸੀਂ ਕੇਂਦਰ ਦੇ ਨਾਲ ਗੱਲਬਾਤ ਕਰਾਂਗੇ। ਦੂਜੀ ਗੱਲ ਇਹ ਵੀ ਹੈ ਕਿ ਉਗਰਾਹਾਂ ਸ਼ਾਮਿਲ ਨਹੀਂ ਹੋਏਗੀ ਚੰਡੀਗੜ੍ਹ ਵਾਲੀ ਮੀਟਿੰਗ ਦੇ ਵਿੱਚ ਜੋ ਮੰਗਲਵਾਰ ਨੂੰ ਹੋਣ ਜਾ ਰਹੀ ਹੈ। ਉਸ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਹੀਂ ਪਹੁੰਚੇਗੀ ਕਿ ਉਹਨਾਂ ਨੂੰ ਸੱਦਿਆ ਨਹੀਂ ਗਿਆ ਜਾਂ ਫਿਰ ਕੋਈ ਹੋਰ ਗੱਲ ਹੈ। ਇਸ ਦੇ ਉੱਤੇ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਸ਼ੁਰੂਆਤ ਦੇ ਵਿੱਚ ਜੋ ਅਸੀਂ ਹਰ ਰੋਜ਼ ਸਵਾਲ ਆਪਣੇ ਦਰਸ਼ਕਾਂ ਨੂੰ ਪੁੱਛਦੇ ਹਾਂ, ਮੈਂ ਇੱਕ ਵਾਰ ਉਹ ਜ਼ਰੂਰ ਤੁਹਾਨੂੰ ਦੱਸਾਂਗਾ ਤਾਂ ਕਿ ਤੁਹਾਡੀ ਰਾਏ ਸਾਡੇ ਤੱਕ ਪਹੁੰਚੇ ਤੇ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਰਾਏ ਕਿ ਸਾਡੇ ਦਰਸ਼ਕ ਇਸ ਸਮੇਂ ਕੀ ਸੋਚ ਰਹੇ ਨੇ। ਸਾਡਾ ਅੱਜ ਦਾ ਸਵਾਲ ਏਕੇ ਨੂੰ ਲੈ ਕੇ ਹੀ ਜੁੜਿਆ ਹੋਇਆ ਹੈ ਕਿ ਏਕਾ ਜ਼ਰੂਰੀ ਹੈ ਇਸ ਸਮੇਂ। ਤੇ ਸਾਡਾ ਅੱਜ ਦਾ ਸਵਾਲ ਹੈ ਕਿ ਜਥੇਬੰਦੀਆਂ ਦੀ ਵੱਖ-ਵੱਖ ਰਾਏ ਦੇ ਨਾਲ ਕੀ ਅੰਦੋਲਨ ਕਮਜ਼ੋਰ ਪੈ ਸਕਦਾ ਹੈ? ਜੋ ਕਿਸਾਨਾਂ ਦਾ ਅੰਦੋਲਨ ਹੈ ਕਿ ਉਹ ਕਮਜ਼ੋਰ ਪੈ ਸਕਦਾ ਹੈ ਜੇ ਵੱਖ-ਵੱਖ ਰਾਏ ਵੇਖਣ ਨੂੰ ਮਿਲਦੀ ਹੈ? ਕੋਈ ਕਹਿ ਰਿਹਾ ਜਾਓ, ਕੋਈ ਕਹਿ ਰਿਹਾ ਨਹੀਂ ਜਾਓ, ਕੋਈ ਦੁਜਿੱਤੀ ਦੇ ਵਿੱਚ ਹੈ, ਕੋਈ ਮੀਟਿੰਗ ਦਾ ਜ਼ਿਕਰ ਕਰ ਰਿਹਾ ਹੈ ਕਿ ਇਸ ਤਰੀਕੇ ਨਾਲ ਜੇ ਵੱਖ-ਵੱਖ ਰਾਏ ਹੈ ਤਾਂ ਕੀ ਇਸ ਦਾ ਅਸਰ ਅੰਦੋਲਨ ਦੇ ਉੱਤੇ ਪੈ ਸਕਦਾ ਹੈ? ਜੋ ਅੰਨਦਾਤਾ ਦੇ ਵੱਲੋਂ ਸ਼ੁਰੂ ਕੀਤਾ ਗਿਆ, ਜੋ 1 ਅਕਤੂਬਰ ਤੋਂ ਜਾਰੀ ਹੈ, ਉਸ ਤੋਂ ਪਹਿਲਾਂ ਵੀ, ਚਾਹੇ ਉਹ 25 ਸਤੰਬਰ ਦਾ ਬੰਦ ਹੋਵੇ ਜੋ ਉਸ ਸਮੇਂ ਤੋਂ ਵੀ ਜਾਰੀ ਸੀ। ਅੱਜ ਇਸ ਦੇ ਉੱਤੇ ਹੀ ਗੱਲਬਾਤ ਹੋਵੇਗੀ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਨਾ ਸੱਦੀਏ, ਉਹਨਾਂ ਨੂੰ ਥੋੜਾ ਦੂਰ ਰੱਖੀਏ, ਸਿਰਫ ਕਿਸਾਨਾਂ ਨੂੰ ਸੁਣੀਏ, ਕਿਸਾਨਾਂ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਕਰਕੇ ਅੱਜ ਸਾਰੇ ਅਸੀਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਐਕਸਪਰਟ ਹੀ ਆਪਣੀ ਇਸ ਚਰਚਾ ਦੇ ਵਿੱਚ ਸੱਦੇ ਨੇ ਤਾਂ ਕਿ ਸਾਰਥਕ ਗੱਲਬਾਤ ਹੋ ਸਕੇ ਤੇ ਅਸੀਂ ਸਮਝ ਸਕੀਏ, ਲੋਕ ਸਮਝ ਸਕਣ ਕਿ ਆਖਿਰ ਕਿਉਂ ਕਰਨੀ ਚਾਹੀਦੀ ਹੈ ਗੱਲਬਾਤ ਕੇਂਦਰ ਦੇ ਨਾਲ। ਜੋ ਕਹਿੰਦੇ ਨੇ ਕਿ ਗੱਲਬਾਤ ਕਰੋ ਤੇ ਜੇਕਰ ਕਿਹਾ ਜਾਂਦਾ ਕਿ ਨਹੀਂ ਗੱਲਬਾਤ ਕਰਨੀ ਤਾਂ ਕਿਉਂ ਨਹੀਂ ਕਰਨੀ, ਉਸ ਦੇ ਉੱਤੇ ਗੱਲਬਾਤ ਹੋਏਗੀ। ਸਭ ਤੋਂ ਪਹਿਲਾਂ ਮੈਂ ਤੁਹਾਡਾ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ। ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਇਸ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਸਤਨਾਮ ਸਿੰਘ ਪੰਨੂ ਜੀ ਜੁੜ ਰਹੇ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਕਲੀਅਰ ਕੀਤਾ ਗਿਆ ਹੈ ਕਿ ਉਹ ਇਸ ਸੱਦੇ ਨੂੰ ਨਹੀਂ ਮੰਨ ਰਹੇ, ਉਹ ਨਹੀਂ ਜਾਣਗੇ ਮੀਟਿੰਗ ਦੇ ਵਿੱਚ। ਪੰਨੂ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਸਾਡੇ ਨਾਲ ਐਗਰੀਕਲਚਰ ਐਕਸਪਰਟ, ਖੇਤੀਬਾੜੀ ਮਾਹਰ ਜੁੜ ਰਹੇ ਨੇ, ਡਾਕਟਰ ਕੇਸਰ ਸਿੰਘ ਭੰਗੂ ਜੀ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਵੀ ਕਿ ਇਸ ਪੂਰੇ ਸਿਨੈਰੀਓ ਨੂੰ ਕਿਵੇਂ ਦੇਖਿਆ ਜਾਵੇ, ਕਿਵੇਂ ਸਮਝਿਆ ਜਾਵੇ। ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਥੋੜੀ ਦੇਰ ਦੇ ਵਿੱਚ। ਭੁਪਿੰਦਰ ਸਾਂਬਰ ਜੀ ਵੀ ਸਾਡੇ ਨਾਲ ਹੋਣਗੇ, ਗੁਲਜ਼ਾਰ ਸਿੰਘ ਜੀ ਵੀ ਸਾਡੇ ਨਾਲ ਹੋਣਗੇ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ, ਤੇ ਨਾਲ ਹੀ ਆਲ ਇੰਡੀਆ ਕਿਸਾਨ ਸਭਾ ਤੋਂ ਭੁਪਿੰਦਰ ਸਾਂਬਰ ਜੀ। ਸਤਨਾਮ ਸਿੰਘ ਪੰਨੂ ਜੀ, ਸ਼ੁਰੂਆਤ ਮੈਂ ਤੁਹਾਡੇ ਤੋਂ ਕਰਨ ਜਾ ਰਿਹਾ। ਤੁਸੀਂ ਮੀਟਿੰਗ ਤੋਂ ਕਿਨਾਰਾ ਕਿਉਂ ਕੀਤਾ ਹੈ? ਕੀ ਲੱਗਦਾ ਨਹੀਂ ਜਦੋਂ ਕੋਈ ਵੀ ਝਗੜਾ ਹੋਵੇ, ਕੋਈ ਵੀ ਪ੍ਰੋਬਲਮ ਹੋਵੇ, ਕੋਈ ਵੀ ਦਿੱਕਤ ਹੋਵੇ ਤਾਂ ਫਿਰ ਡਾਇਲੌਗਸ ਹੁੰਦੇ ਨੇ, ਗੱਲਬਾਤ ਹੁੰਦੀ ਹੈ। ਤੁਸੀਂ ਕਹਿ ਰਹੇ ਹੋ ਕਿ ਅਸੀਂ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਾ, ਵਜ੍ਹਾ ਕੀ ਹੈ ਇਸ ਦੀ? पन्नू साहब, मेरी आवाज आ रही है? सतनाम जी, लग रहा है कि उन्होंने तक आवाज नहीं पहुंच रही। मैं कोशिश करूंगा एक बार फिर तो उन्होंने नाल राबता कायम करने की, गलबात करने की। पर मैं रुक करदा इस विचाले साडे नाल जुड़े हुए ने डॉक्टर केसर सिंह भंगू जी। भंगू साहब, जेकर मेरी आवाज तुहाडे तक पहुंच रही है तो मैं शुरुआत दे विच ਪਹਿਲਾਂ ਇਹੀ ਸਮਝਣਾ ਚਾਹਾਂਗਾ ਤੁਹਾਡੇ ਤੋਂ ਕਿ ਤੁਸੀਂ ਐਜ਼ ਅ ਐਗਰੀਕਲਚਰ ਐਕਸਪਰਟ ਕਿਵੇਂ ਇਸ ਪੂਰੇ ਸਿਨੈਰੀਓ ਨੂੰ ਦੇਖ ਰਹੇ ਹੋ? ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਸ਼ਾਮਲ ਨਹੀਂ ਹੋਵਾਂਗੇ, ਕੇਂਦਰ ਦੇ ਸੱਦੇ ਨੂੰ ਅਸੀਂ ਨਹੀਂ ਮੰਨਦੇ, ਤੇ ਕੁਝ ਜਥੇਬੰਦੀਆਂ ਨੇ ਕਲੀਅਰ ਕਰ ਦਿੱਤਾ ਕਿ ਮੰਗਲਵਾਰ ਦੀ ਮੀਟਿੰਗ ਸਾਡੇ ਲਈ ਕੋਈ ਇੰਪੋਰਟੈਂਸ ਨਹੀਂ, ਅਸੀਂ ਦਿੱਲੀ ਵਾਲੀ ਦੇ ਵਿੱਚ ਜਾਵਾਂਗੇ, ਦਿੱਲੀ ਵਾਲੀ ਮੀਟਿੰਗ ਦੇ ਵਿੱਚ ਗੱਲਬਾਤ ਦੇ ਲਈ ਜਾਵਾਂਗੇ। ਤੁਹਾਨੂੰ ਲੱਗ ਰਿਹਾ ਕਿ ਕਨਫਿਊਜ਼ਨ ਦੇ ਵਿੱਚ ਨੇ ਇਸ ਸਮੇਂ ਜਥੇਬੰਦੀਆਂ ਕੇਂਦਰ ਦੇ ਸੱਦੇ ਨੂੰ ਲੈ ਕੇ? ਕਿਵੇਂ ਪੂਰੀ ਸਥਿਤੀ ਨੂੰ ਇਸ ਸਮੇਂ ਤੁਸੀਂ ਸਮਝ ਪਾ ਰਹੇ ਹੋ ਡਾਕਟਰ ਸਾਹਿਬ? ਗੱਲ ਕਰਨੀ ਚਾਹੁੰਦਾ ਹੈ ਇਹ ਕਿਸਾਨ ਜਿੱਥੇ ਮਸਲਾ ਹੈ ਉਹਨਾਂ ਨੇ ਜਾਣਾ ਹੈ ਜਾਂ ਨਹੀਂ ਜਾਣਾ ਹੈ। ਪਰ ਇੱਕ ਗੱਲ ਪੱਕੀ ਹੈ ਕਿ ਮਸਲਾ ਜਦੋਂ ਵੀ ਹੱਲ ਹੋਣਾ ਹੈ ਗੱਲਬਾਤ ਰਾਹੀਂ ਹੋਣਾ ਹੈ, ਐਜੂਕੇਸ਼ਨ ਤੋਂ ਬਾਅਦ ਜਦੋਂ ਵੀ ਇਹ ਟੇਬਲ ਟਾਕ ਹੋਣੀ ਹੈ। ਮੈਂ ਇਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਕਿ ਕਿਸਾਨਾਂ ਨੂੰ ਕਿਹੜੀ ਕਿਸਾਨ ਜਥੇਬੰਦੀ ਨੇ ਕੀ ਕਰਨਾ ਹੈ ਜਾਂ ਨਹੀਂ ਕਰਨਾ। ਮੇਰਾ ਤਾਂ ਇੱਕੋ ਇੱਕ ਜਿਹੜਾ ਇਹ ਖੇਤੀ
ਜਿਹੜੇ ਆਪਣੇ ਆਰਡੀਨੈਂਸਸ ਨੇ, ਕਾਨੂੰਨ ਬਣ ਗਏ ਨੇ ਹੁਣ, ਉਹਨਾਂ ਬਾਰੇ ਮੇਰਾ ਇੱਕੋ ਹੀ ਜਿਹੜਾ ਮੈਂ ਤਾਂ ਗੱਲ ਕਹਿਣੀ ਚਾਹੁੰਦਾ ਜਿਹੜੀ ਬਹੁਤ ਇੰਪੋਰਟੈਂਟ ਹੈ ਜੀ ਕਿ ਇਹ ਜਿਹੜੀਆਂ ਆਧਾਰਵਾਦੀ ਨੀਤੀਆਂ ਵਰਲਡ ਜਿਹੜੀਆਂ ਆਰਗੇਨਾਈਜੇਸ਼ਨ ਸੀ, ਵਰਲਡ ਬੈਂਕ ਸੀ, IMF ਸੀ, ਉਹਨਾਂ ਦਾ ਜਿਹੜਾ ਏਜੰਡਾ ਅੱਗੇ ਵਧਾਇਆ ਜਾ ਰਿਹਾ ਹੈ ਜੀ। ਤੇ ਇਹ ਇੱਕ ਬਹੁਤ ਦੁਖਦਾਈ ਗੱਲ ਹੈ ਕਿ ਪਿਛਲੇ ਸਮੇਂ ਤੋਂ ਜਿਹੜੀ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਭਾਵੇਂ ਉਹਨਾਂ ਨੇ GST ਲਾਗੂ ਕੀਤਾ ਹੈ, ਭਾਵੇਂ ਨਵੇਂ ਲੇਬਰ ਕੋਡਸ ਬਣਾਏ ਨੇ, ਭਾਵੇਂ ਇਹ ਜਿਹੜੇ ਆਪਣੇ ਕਾਨੂੰਨ ਜਿਹੜੇ 3 ਬਣ ਗਏ ਨੇ, ਪਹਿਲਾਂ ਆਰਡੀਨੈਂਸਸ ਸੀ ਖੇਤੀ ਸੰਬੰਧੀ, ਜਿਹੜੇ ਕਾਨੂੰਨ 3 ਬਣਾਏ ਨੇ, ਇਹਦੇ ਵਿੱਚ ਇੱਕ ਬਹੁਤ ਜਿਹੜਾ ਮਾੜਾ ਪਹਿਲੂ ਹੈ, ਦੁਖਦਾਈ ਪਹਿਲੂ ਹੈ ਕਿ ਇਹ ਆਮ ਲੋਕਾਂ ਨਾਲ ਸੰਬੰਧਿਤ ਨੇ, ਸਾਰੇ ਰਾਜਾਂ ਨਾਲ ਸੰਬੰਧਿਤ ਨੇ, ਪਰ ਕੇਂਦਰ ਨੇ ਇੱਥੇ ਜਿਹੜਾ ਆਪਣਾ ਫੈਡਰਲ ਸਟਰਕਚਰ ਹੈ, ਸੈਂਟਰ ਗਵਰਨਮੈਂਟ ਨੇ, ਉਹਨੇ ਇਸ ਨੂੰ ਇੱਕ ਬਹੁਤ ਸਾਰੀ ਜਿਹੜੀ ਸੱਟ ਮਾਰੀ ਹੈ, ਜਿਹੜਾ ਫੈਡਰਲ ਅਸੀਂ ਫੈਬਰਿਕ ਕਹਿੰਦੇ ਆ, ਉਹਨੂੰ ਜਿਹੜਾ ਕਾਫੀ ਜਿਹੜੀ ਢਾਹ ਲਾਈ ਹੈ ਜੀ। ਤੇ ਜਿੱਥੋਂ ਤੱਕ ਖੇਤੀ ਜਿਹੜੇ ਕਾਨੂੰਨਾਂ ਦੀ ਜੇ ਆਪਾਂ ਗੱਲ ਕਰੀਏ, ਇਹ ਸਾਰੇ ਕਾਨੂੰਨਾਂ ਦੇ ਵਿੱਚ ਜਦੋਂ ਇੱਕ ਇੱਕ ਕਰਕੇ ਆਪਾਂ ਪੜ੍ਹ ਲਓ, ਉਹਦੇ ਸਾਰੇ ਕਾਨੂੰਨਾਂ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਉਸ ਦਾ ਰੋਲ ਜ਼ਿਆਦਾ ਹੈ। ਮਤਲਬ ਜਿਹੜੀ ਈਵਨ ਖੇਤੀਬਾੜੀ ਜਿਹੜੀ ਰਾਜਾਂ ਦਾ ਵਿਸ਼ਾ ਹੈ, ਕੰਕਰੈਂਟ ਲਿਸਟ ਵਿੱਚ ਹੈ, ਪਰ ਇਸ ਦੇ ਵਿੱਚ ਜਿਹੜਾ ਬੋਲਬਾਲਾ ਜ਼ਿਆਦਾ ਬੋਲਬਾਲਾ ਹੈ ਜੀ, ਉਹ ਕੇਂਦਰ ਸਰਕਾਰ ਦਾ ਹੈ। ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਭਾਰਤ ਦੇਸ਼ ਡੈਮੋਕ੍ਰੈਟਿਕ ਕੰਟਰੀ ਹੈ, ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਦੁੱਖ ਤਕਲੀਫ ਝਗੜਾ ਲਈ ਕੋਰਟ ਵਿੱਚ ਆਗਿਆ ਹੁੰਦੀ ਹੈ ਕਿ ਆਪਣੀ ਜੇ ਕੋਈ ਉਹਦੀ ਨਹੀਂ ਸੁਣਵਾਈ ਹੁੰਦਾ ਕਿ ਉਹ ਕੋਰਟ 'ਚ ਜਾ ਸਕੇ। ਬਿਲਕੁਲ। ਪਰ ਇਹ ਜਿਹੜੇ ਇਹ 2 ਕਾਨੂੰਨ ਜਿਹੜੇ ਨੇ, ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਅਮੈਂਡਮੈਂਟ ਐਕਟ ਤੋਂ ਬਿਨਾਂ ਜਿਹੜੇ ਦੂਸਰੇ, ਉਹਦੇ ਵਿੱਚ ਝਗੜਿਆਂ ਦੇ ਨਿਪਟਾਰੇ ਲਈ ਕੋਰਟ ਦਾ ਰਾਹ ਜਿਹੜਾ ਕਿਸਾਨਾਂ ਲਈ ਬੰਦ ਕੀਤਾ ਗਿਆ ਹੈ। ਤੇ ਸਿਰਫ ਜਿਹੜੀ ਬਿਊਰੋਕ੍ਰੇਸੀ ਹੈ ਕਿ ਜਿਵੇਂ SDM ਕਹਿੰਦੇ ਆਪਾਂ, ਇੱਕ ਕਾਨੂੰਨ 'ਚ ਤਾਂ DC ਤੱਕ ਹੀ ਹੈ ਕਿ ਦੂਸਰੇ ਕਾਨੂੰਨ ਦੇ ਵਿੱਚ ਜੇ SDM DC ਤੋਂ ਬਾਅਦ ਕਿਤੇ ਜੇ ਰੌਲਾ ਪਏ ਤਾਂ ਉਹ ਵੀ ਜੁਆਇੰਟ ਸੈਕਟਰੀ ਹੈ ਸੈਂਟਰ ਗਵਰਨਮੈਂਟ ਦਾ, ਜਿਹੜਾ ਉਹ ਦਖਲ ਦੇ ਸਕਦਾ ਹੈ। ਤੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਚਲੋ ਜਿਹੜਾ ਪਹਿਲਾ ਐਕਟ ਹੈ ਜਿਹਨੂੰ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ ਕਹਿੰਦੇ ਆ, ਜਿਹੜਾ 1955 ਦੇ ਐਕਟ ਵਿੱਚ ਅਮੈਂਡਮੈਂਟ ਕੀਤੀ ਆ ਜੀ, ਜਿਹੜੇ ਦੂਜੇ 2 ਐਕਟ ਬਣਾਏ ਨੇ ਜੀ, ਉਹਨਾਂ ਦੇ ਵਿੱਚ ਮੈਂ ਤਾਂ ਇਹ ਸ਼ਬਦ ਯੂਜ਼ ਕਰਾਂਗਾ ਕਿ ਸਰਕਾਰ ਨੇ ਕਾਰਪੋਰੇਟਸ ਦੇ ਨਾਲ ਮਿਲ ਕੇ ਜਿਹੜਾ ਕਾਨੂੰਨ ਦਾ ਮੰਤਵ ਹੁੰਦਾ, ਉਦੇਸ਼ ਹੁੰਦਾ, ਜਿਹੜੀਆਂ ਪਹਿਲੀਆਂ 4 ਲਾਈਨਾਂ ਲਿਖੀਆਂ ਜਾਂਦੀਆਂ ਹਰ ਕਾਨੂੰਨ 'ਚ ਕਿ ਕਾਹਦੇ ਲਈ ਬਣਾਇਆ, ਜੀ ਜੀ, ਉਸ ਦੀ ਲੈਂਗੁਏਜ, ਉਸ ਦੀ ਸ਼ਬਦਾਵਲੀ ਕਿਸਾਨਾਂ ਨੂੰ ਭਰਮਾਉਣ ਲਈ ਬਣਾਈ ਗਈ ਹੈ, ਜਦੋਂ ਕਿ ਉਸ ਦੇ ਉਲਟ ਬਿਲਕੁਲ ਉਹ ਕਿਸਾਨੀ ਤੇ ਖੇਤ ਮਜ਼ਦੂਰ ਜਾਂ ਆਮ ਲੋਕਾਂ ਦੇ ਵਿਰੁੱਧ ਨੇ, ਜਿਹਦੇ ਕਲੀਅਰ ਕੱਟ ਗੱਲ ਹੈ। ਮੈਂ ਇੱਕ ਮਿੰਟ ਗੌਰਵ ਜੀ ਗੱਲ ਕਹਿਣੀ ਚਾਹੁੰਦਾ ਜੀ ਜੀ ਪਲੀਜ਼, ਕਿ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਫਾਰਮਰ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਕਿਤੇ ਵੀ ਜਾ ਕੇ ਵੇਚ ਸਕਦਾ ਹੈ। ਬਿਲਕੁਲ ਇਹ ਸਹੀ ਗੱਲ ਨਹੀਂ ਹੈ, ਇਸ ਦੇ ਉਲਟ ਹੈ ਕਿ ਸਰਕਾਰ ਇਹ ਖੁੱਲ੍ਹ ਦੇ ਰਹੀ ਹੈ ਕਿ ਜਿਹੜਾ ਟਰੇਡਰ ਹੈ ਉਹ ਕਿਤੇ ਜਾ ਕੇ ਵੀ ਖਰੀਦ ਸਕਦਾ ਹੈ। ਜਿਹੜੀ ਪਹਿਲੀ ਗੱਲ ਨਹੀਂ ਸਹੀ, ਸੈਕੰਡ ਗੱਲ ਸਹੀ ਹੈ, ਠੀਕ ਹੈ, ਕਿਉਂਕਿ ਟਰੇਡਰ ਕੋਲੇ ਕਿਸ ਕਿਸਮ ਦੀ ਉਹਦੇ ਕੋਲੇ ਸਾਧਨ ਨੇ, ਸਾਰਾ ਕੁਝ ਹੈ, ਉਹ ਦੇਸ਼ ਦੇ ਕਿਸੇ ਕੋਨੇ ਤੋਂ ਵੀ ਜਿਹੜਾ ਖਰੀਦ ਸਕਦਾ ਹੈ। ਪਰ ਕਿਸਾਨ ਨੂੰ ਜਿਹੜਾ ਹੈ ਵੇਚਣ, ਜਿਹੜੀ ਛੋਟੇ ਕਿਸਾਨਾਂ ਨੂੰ ਖਾਸ ਕਰਕੇ, ਉਹ ਬਹੁਤ ਮੁਸ਼ਕਲ ਹੋਏਗੀ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਤੁਸੀਂ ਬਹੁਤ ਤਫਸੀਲ ਦੇ ਨਾਲ ਦੱਸਿਆ, ਉਮੀਦ ਕਰਾਂਗਾ ਕਿ ਜਿਹੜੇ ਕਿਸਾਨਾਂ ਨੂੰ ਜਾਂ ਧਰਨੇ ਪ੍ਰਦਰਸ਼ਨਾਂ ਜਿਹੜੇ ਲੋਕ ਸ਼ਾਮਲ ਹੋਏ ਨੇ, ਜਿਨ੍ਹਾਂ ਨੂੰ ਨਹੀਂ ਪਤਾ ਸੀ ਕਾਨੂੰਨ ਬਾਰੇ ਜਾਂ ਕੋਈ ਦੁਚਿੱਤੀ ਸੀ, ਉਹਨਾਂ ਤੱਕ ਵੀ ਤੁਹਾਡੀ ਗੱਲ ਪਹੁੰਚੀ ਹੋਏਗੀ। ਮੈਂ ਰੁਕ ਕਰਦਾ ਹੁਣ ਸਾਡੇ ਨਾਲ ਸਤਨਾਮ ਸਿੰਘ ਜੀ ਜੁੜ ਚੁੱਕੇ ਨੇ, ਇੱਕ ਵਾਰ ਫਿਰ ਤੋਂ ਸਤਨਾਮ ਸਿੰਘ ਪੰਨੂ ਜੀ, ਤੇ ਨਾਲ ਹੀ ਭੁਪਿੰਦਰ ਸਾਂਬਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਕਾਰਜਕਾਰੀ ਪ੍ਰਧਾਨ ਨੇ ਆਲ ਇੰਡੀਆ ਕਿਸਾਨ ਸਭਾ ਦੇ। ਭੁਪਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੰਨੂ ਸਾਹਿਬ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਜੇਕਰ ਹੁਣ ਮੇਰੀ ਆਵਾਜ਼ ਪਹੁੰਚ ਰਹੀ ਹੈ ਤਾਂ ਪੰਜਾਬ ਦੇ ਲੋਕ, ਕਿਸਾਨ ਜਿਹੜੇ ਕਿਸਾਨਾਂ ਨੂੰ ਸਮਰਥਨ ਕਰ ਰਹੇ ਨੇ, ਉਹ ਸਮਝਣਾ ਚਾਹੁੰਦੇ ਨੇ ਤੁਹਾਡਾ ਤਰਕ ਪੰਨੂ ਸਾਹਿਬ ਕਿ ਤੁਸੀਂ ਕੇਂਦਰ ਦੇ ਸੱਦੇ ਨੂੰ ਠੁਕਰਾ ਕਿਉਂ ਰਹੇ ਹੋ, ਗੱਲਬਾਤ ਦੇ ਲਈ ਤੁਸੀਂ ਹਾਮੀ ਕਿਉਂ ਨਹੀਂ ਭਰੀ ਉਸ ਸਿਸਟਮ ਨੂੰ। ਹਾਂਜੀ ਗੌਰਵ ਜੀ, ਇਸ ਤਰ੍ਹਾਂ ਵੀ ਅਸੀਂ ਜਿਹੜਾ ਕੇਂਦਰ ਸਰਕਾਰ ਵੱਲੋਂ ਸੱਦਾ ਆਇਆ
ਉਹਨੂੰ ਇਸ ਕਰਕੇ ਰੱਦ ਜੀ। ਕੀਤਾ ਵਾ ਕਿਉਂਕਿ ਇੱਕ ਤੇ ਉਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਸੱਦਾਇਆ, ਹਰਿਆਣੇ ਦੀਆਂ ਜਥੇਬੰਦੀਆਂ ਨੂੰ ਸੱਦਿਆ ਨਹੀਂ ਗਿਆ, ਦੇਸ਼ ਦੀਆਂ ਜਿਹੜੇ ਉਹ ਜਥੇਬੰਦੀਆਂ ਨੁਮਾਇੰਦਗੀ ਕਰ ਰਹੀਆਂ ਵਾ ਜਾਂ ਲੜ ਰਹੀਆਂ ਵਾ ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਨਹੀਂ ਗਿਆ। ਇਸ ਕਰਕੇ ਇਹ ਇੱਕ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਥੇਬੰਦੀਆਂ ਨੂੰ, ਪੰਜਾਬ ਦੀਆਂ ਨੂੰ, ਹਰਿਆਣੇ ਦੀਆਂ ਨੂੰ, ਬਾਕੀ ਦੇਸ਼ ਦੀਆਂ ਨੂੰ। ਇੱਕ ਤਾਂ ਤਰਕ ਇਹ ਆ। ਦੂਸਰਾ ਤਰਕ ਇਹ ਆ ਵੀ ਜਿਹੜੀ ਉਹ ਸੱਦਾ ਆਇਆ ਉਹਦੇ ਵਿੱਚ ਕਲੀਅਰ ਹੀ ਨਹੀਂ ਹੈਗਾ, ਸਾਫ਼ ਹੀ ਨਹੀਂ ਹੈਗਾ ਵੀ ਗੱਲਬਾਤ ਕੋਈ ਮੰਤਰੀ ਸਾਹਿਬ ਕਰ ਰਿਹਾ ਜਾਂ ਮੰਤਰੀਆਂ ਦੇ ਸਮੂਹ ਕਰ ਰਿਹਾ ਜਾਂ ਪ੍ਰਧਾਨ ਮੰਤਰੀ ਕਰ ਰਿਹਾ, ਕੌਣ ਕਰ ਰਿਹਾ ਜਾਂ ਕੋਈ ਸਕੱਤਰ ਜਿਹੜੇ ਲੈਵਲ ਦੇ ਉਹ ਕਰ ਰਿਹਾ, ਅਧਿਕਾਰੀ ਕਰ ਰਿਹਾ, ਕੋਈ ਕਲੀਅਰ ਨਹੀਂ। ਇਸ ਕਰਕੇ ਅਸੀਂ ਸੱਦੇ ਨੂੰ ਜਿਹੜਾ ਵਾ ਅਪ੍ਰਵਾਨ ਕੀਤਾ ਵਾ, ਨਹੀਂ ਸੱਦੇ ਨੂੰ ਰੱਦ ਕੀਤਾ ਵਾ। ਇੱਕ ਇਸ ਦੇ ਨਾਲ ਜਿਹੜੇ ਜੋ ਮਾਹੌਲ ਬਣਾਇਆ ਜਾ ਰਿਹਾ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਰ ਰਹੇ ਆ ਵੀ ਇਹ ਆਰਡੀਨੈਂਸ ਇਤਿਹਾਸਕ ਆ, ਇਹ ਲੋਕਾਂ ਦੇ ਭਲੇ ਵਿੱਚ ਆ, ਤੇ ਦੂਸਰੇ ਤੇ ਪੰਜਾਬ ਦੀ ਇਕਾਈ ਦੇ ਜੋ ਇਹਨਾਂ ਦੇ ਆਗੂ ਸਾਹਿਬਾਨ ਰਣਜੀਤ ਸਿੰਘ ਗਰੇਵਾਲ ਉਹ ਕਹਿ ਰਹੇ ਪੱਥਰ ਤੇ ਲਕੀਰ ਆ ਆਰਡੀਨੈਂਸ, ਇਹ ਰੱਦ ਨਹੀਂ ਹੋ ਸਕਦੇ। ਦੂਸਰੇ ਪਾਸੇ ਜਿਹੜੇ ਤਰਨ ਚੁੱਗ ਜੀ ਇਹਨਾਂ ਦੇ ਕੌਮੀ ਸਕੱਤਰ ਆ ਉਹ ਕਹਿ ਰਹੇ ਆ ਵੀ ਇਹ ਜਿਹੜਾ ਇਹ ਕਿਸਾਨ ਅੰਦੋਲਨਕਾਰੀ ਆ ਉਹ ਅਰਬਨ ਨਕਸਲੀ ਆ, ਅਰਬਨ ਨਕਸਲੀ, ਇਹ ਨਕਸਲਵਾਦ ਫੈਲਾ ਰਹੇ ਆ। ਇਸ ਤਰੀਕੇ ਦੇ ਬੇਹੂਦਾ ਜਿਹੜੇ ਬੇਤੁੱਕੇ ਜਿਹੜੇ ਆ ਉਹ ਦੋਸ਼ ਕਿਸਾਨ ਅੰਦੋਲਨਕਾਰੀਆਂ ਤੇ ਲਾ ਰਹੇ ਆ, ਇਸ ਕਰਕੇ ਮਾਹੌਲ ਖਰਾਬ ਕਰ ਰਹੇ ਆ। ਇਹ ਮਾਹੌਲ ਸਾਡਾ ਇਹੀ ਆ ਵੀ ਮਾਹੌਲ ਬਣਾਇਆ ਜਾਵੇ ਗੱਲਬਾਤ ਜੀ। ਮੈਨੂੰ ਲੱਗ ਰਿਹਾ ਕਿ ਕੁਝ ਫੇਰ ਟੈਕਨੀਕਲ ਇਸ਼ੂ ਲੱਗ ਰਿਹਾ, ਪਰ ਉਹਨਾਂ ਨੇ ਆਪਣੀ ਤਫਸੀਲ ਦੇ ਨਾਲ ਗੱਲ ਰੱਖੀ ਹੈ। ਪੰਨੂ ਸਾਹਿਬ ਆਵਾਜ਼ ਆ ਰਹੀ ਹੈ ਮੇਰੀ? ਚਲਾਈ ਜਾ ਰਹੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਪਾਸੇ ਸਰਕਾਰ ਨੂੰ ਖੜਾ ਕੀਤਾ ਜਾ ਰਿਹਾ ਹੈ। ਚਲੋ ਠੀਕ ਹੈ, ਮੈਂ ਦੁਬਾਰਾ ਕੋਸ਼ਿਸ਼ ਕਰਾਂਗਾ। ਸਤਨਾਮ ਸਿੰਘ ਪੰਨੂ ਜੀ ਜੋ ਤਰਕ ਦੇ ਰਹੇ ਸੀ ਕਿ ਕਿਉਂ ਅਸੀਂ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹਾਂ, ਇਸ ਵਿਚਾਲੇ ਸਾਡੇ ਨਾਲ ਭੁਪਿੰਦਰ ਸਾਂਬਰ ਜੀ ਜੁੜ ਚੁੱਕੇ ਨੇ। ਭੁਪਿੰਦਰ ਜੀ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਫਸਟ ਰਿਐਕਸ਼ਨ ਤੁਹਾਡੇ ਤੋਂ ਇਹੀ ਕਿ ਕੇਂਦਰ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਜਾਂ ਨਹੀਂ। ਆਲ ਇੰਡੀਆ ਕਿਸਾਨ ਸਭਾ ਕੀ ਸੋਚ ਰਹੀ ਹੈ ਇਸ ਦੇ ਉੱਪਰ ਕਿ ਵਾਕਈ ਗੱਲਬਾਤ ਹੋਵੇ ਕਿਸਾਨਾਂ ਦੇ ਨਾਲ, ਕੇਂਦਰ ਦੇ ਨਾਲ ਕਿਸਾਨਾਂ ਦੀ, ਜਾਂ ਨਾ ਹੋਵੇ? ਆਵਾਜ਼ ਹੈੱਡਫੋਨ 'ਚ ਨਹੀਂ ਆ ਰਹੀ, ਉਹ ਆ ਰਹੀ ਹੈਗੀ। ਤੁਸੀਂ ਕੀ ਕੰਮ ਕਰੋ। ਹੈਲੋ, ਅਸਰ ਕੱਢਿਓ, ਕੱਢਿਓ, 1 ਮਿੰਟ ਹੋਲਡ ਰੱਖੋ ਜੀ। ਮੈਂ ਲਾ ਰਿਹਾ। ਭੁਪਿੰਦਰ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਚਲੋ ਕੋਸ਼ਿਸ਼ ਕਰਾਂਗੇ ਇੱਕ ਵਾਰ ਫਿਰ ਤੋਂ ਗੱਲਬਾਤ ਕਰਨ ਦੀ। ਕੁਝ ਟੈਕਨੀਕਲ ਇਸ਼ੂ ਸਾਨੂੰ ਲੱਗ ਰਿਹਾ ਹੈ, ਕੋਸ਼ਿਸ਼ ਹੋਏਗੀ ਕਿ ਇਹ ਦੂਰ ਹੋਵੇ ਤੇ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰੀਏ, ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਪਰ ਪੰਨੂ ਸਾਹਿਬ ਨੇ ਜੋ ਜ਼ਿਕਰ ਕੀਤਾ ਕਿ ਇੱਕ ਤਾਂ ਪੰਜਾਬ ਦੇ ਜਿਹੜੇ ਆਗੂ ਨੇ ਉਹ ਅਲੱਗ ਲਾਈਨ ਦੇ ਉੱਤੇ ਚੱਲ ਰਹੇ ਨੇ, ਉਹਨਾਂ ਦੇ ਬਿਆਨਾਂ ਨੂੰ ਲੈ ਕੇ ਇਤਰਾਜ਼ ਜਤਾ ਦਿੱਤਾ, ਤੇ ਨਾਲ ਹੀ ਉਹਨਾਂ ਨੇ ਕੇਂਦਰ ਦੇ ਵੱਲੋਂ ਜੋ ਚਿੱਠੀ ਦੇ ਵਿੱਚ ਜ਼ਿਕਰ ਨਹੀਂ ਸੀ ਕਿ ਕਿਸ ਦੇ ਨਾਲ ਮੁਲਾਕਾਤ ਹੋਏਗੀ, ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਲੈਣਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਇਸ ਚਰਚਾ ਨੂੰ ਅਸੀਂ ਅੱਗੇ ਵਧਾਵਾਂਗੇ। ਉਮੀਦ ਕਰਾਂਗੇ ਬ੍ਰੇਕ ਦੇ ਉਸ ਪਾਰ ਸਾਡੇ ਨਾਲ ਸਾਰੇ ਮਹਿਮਾਨ ਜੁੜ ਗਏ ਹੋਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜੋ ਲਗਾਤਾਰ ਮੈਂ ਜ਼ਿਕਰ ਕਰ ਰਿਹਾ ਕਿ ਸਮਝਣ ਦੀ ਕਿ ਆਖਿਰ ਕਿਸਾਨਾਂ ਦੀ ਰਾਏ ਇਸ ਦੇ ਉੱਤੇ ਕੀ ਹੈ। ਤੇ ਇਸ ਵਿਚਾਲੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰਾਂਗੇ। ਨੰਬਰ ਤੁਹਾਡੀ ਟੀਵੀ ਸਕਰੀਨ ਤੇ ਲਗਾਤਾਰ ਫਲੈਸ਼ ਹੋ ਰਿਹਾ ਹੈ, ਤੁਸੀਂ ਵੀ ਕਾਲ ਕਰਕੇ ਆਪਣੀ ਰਾਏ ਰੱਖੋ ਕਿ ਕਿਸਾਨਾਂ ਨੂੰ ਕੇਂਦਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਫਿਰ ਨਹੀਂ। ਤੁਹਾਡੇ ਨਾਲ ਵੀ ਗੱਲਬਾਤ ਹੋਏਗੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਮਹਿਮਾਨ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਅੱਜ ਅਸੀਂ ਕਿਸਾਨ ਜਥੇਬੰਦੀਆਂ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੇਂਦਰ ਦੇ ਸੱਦੇ ਨੂੰ ਲੈ ਕੇ ਉਹ ਕੀ ਸੋਚ ਰਹੇ ਨੇ ਤੇ ਵੱਖ-ਵੱਖ ਜੋ ਵਿਚਾਰ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਤੇ ਵੀ ਗੱਲਬਾਤ ਹੋ ਰਹੀ ਹੈ। ਭੁਪਿੰਦਰ ਸਾਂਬਰ ਜੀ ਵੀ ਸਾਡੇ ਨਾਲ ਜੁੜ ਰਹੇ ਨੇ, ਗੁਲਜ਼ਾਰ ਸਿੰਘ ਜੀ ਵੀ ਸਾਡੇ ਨਾਲ ਜੁੜ ਰਹੇ ਨੇ, ਖਜ਼ਾਨਚੀ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ। ਬਹੁਤ-ਬਹੁਤ ਗੁਲਜ਼ਾਰ ਜੀ ਤੁਹਾਡਾ ਵੀ ਸਵਾਗਤ ਹੈ। ਪਰ ਭੁਪਿੰਦਰ ਸਾਂਬਰ ਜੀ, ਮੈਂ ਤੁਹਾਡੇ ਤੋਂ ਇਸ ਸੈਗਮੈਂਟ ਦੇ ਵਿੱਚ ਰਿਐਕਸ਼ਨ ਲੈਣਾ ਚਾਹੁੰਦਾ ਹਾਂ ਕਿ ਆਲ ਇੰਡੀਆ ਕਿਸਾਨ ਸਭਾ ਕੀ ਸੋਚ ਰਹੀ ਹੈ, ਬੁੱਧਵਾਰ ਨੂੰ ਕੇਂਦਰ ਦੇ ਨਾਲ ਮੁਲਾਕਾਤ ਕਰੇਗੀ ਜਾਂ ਨਹੀਂ? ਕੋਈ ਸੱਦਾ ਨਹੀਂ ਮਿਲਿਆ। ਮੈਂ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਦਾ ਪ੍ਰਧਾਨ ਬੋਲ ਰਿਹਾ। ਤੇ ਦੂਸਰੀ ਗੱਲ ਇਹ ਹੈ ਕਿ ਜਿਸ ਢੰਗ ਨਾਲ ਵਜ਼ੀਰਾਂ ਦੀ ਟੀਮ ਲਾਈ ਗਈ ਹੈ ਕਿ ਕਿਸਾਨਾਂ ਦੇ ਖਿਲਾਫ ਭੰਡੀ ਪ੍ਰਚਾਰ ਕਰੋ ਤੇ ਪ੍ਰਧਾਨ ਮੰਤਰੀ ਆਪ ਭੰਡੀ ਪ੍ਰਚਾਰ ਕਰ ਰਹੇ ਨੇ, ਇਹ ਗੱਲਬਾਤ ਲਈ ਮਾਹੌਲ ਬਣ ਰਿਹਾ ਹੈ ਕਿ ਇੱਕ ਜੰਗ ਸ਼ੁਰੂ ਹੋਈ ਵੀ ਹੈ ਦੋਵਾਂ ਦੇ ਵਿਚਾਲੇ। ਇੱਕ ਮਾਹੌਲ ਬਣਾਈਦਾ, ਉਹ ਮਾਹੌਲ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਆਪ ਇਨੀਸ਼ੀਏਟਿਵ ਲੈਣ। ਇਹ ਯਕੀਨ ਦਿਵਾਉਣ ਕਿ ਅਗਰ ਤੁਹਾਡੀਆਂ ਸ਼ਿਕਾਇਤਾਂ ਠੀਕ ਹਨ ਤਾਂ ਅਸੀਂ ਕਾਨੂੰਨਾਂ ਵਿੱਚ ਕੋਈ ਵਾਧਾ ਵੀ ਕਰਨ ਨੂੰ ਤਿਆਰ ਹਾਂ। ਔਰ ਘੱਟੋ ਘੱਟ ਇਹ ਤਾਂ ਕਰਨ ਕਿ ਜਿਹੜਾ ਘੱਟੋ ਘੱਟ ਪਾਸ ਸਰਕਾਰ ਬਣ ਰਹੀ ਹੈ ਉਹ ਸਟੈਚੂਟਰੀ ਹੋਏਗਾ, ਉਹ ਅਵਸ਼ ਸਾਨੂੰ ਮਿਲੇਗਾ। ਜੇ ਕੋਈ ਉਸ ਤੋਂ ਘੱਟ ਪਾ ਜਾਏਗਾ ਤਾਂ ਉਹਦੇ ਖਿਲਾਫ ਕਾਰਵਾਈ ਹੋਏਗੀ। ਸਟੈਚੂਟਰੀ ਪਾਸ ਕਰਨਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਕਰੇ।
दूसरा ये ਨਹੀਂ ਭੁਪਿੰਦਰ ਜੀ, ਮੈਂ ਤੁਹਾਡਾ ਇੱਕ ਹੋਰ ਛੋਟਾ ਜਿਹਾ ਰਿਐਕਸ਼ਨ, ਕਿਉਂਕਿ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਠੀਕ ਹੈ ਤੁਹਾਡੇ ਖਰਚੇ ਹੋ ਸਕਦੇ ਨੇ, ਆਓ ਗੱਲਬਾਤ ਕਰੋ, ਕੋਈ ਵੀ ਦਿੱਕਤ ਹੈ, ਕੋਈ ਵੀ ਪ੍ਰੋਬਲਮ ਤੁਹਾਨੂੰ ਨਜ਼ਰ ਆਉਂਦੀ ਹੈ ਇਸ ਵਿੱਚ, ਚਾਹੇ ਕੋਈ ਸਟੇਟਮੈਂਟ ਨੂੰ ਲੈ ਕੇ ਹੈ ਕਿ ਪੰਜਾਬ ਦਾ ਕੋਈ ਲੀਡਰ ਕੁਝ ਬੋਲ ਰਿਹਾ ਹੈ, ਤੁਹਾਨੂੰ ਲੱਗ ਰਿਹਾ ਕਿ ਰਾਜ ਸਭਾ 'ਚ ਬਹਿਸ ਨਹੀਂ ਹੋਈ, ਆਓ ਗੱਲ ਕਰੋ। ਉਹ ਕਹਿ ਰਹੇ ਕਿ ਹਰ ਮੁੱਦਾ ਜੋ ਤੁਹਾਨੂੰ ਲੱਗਦਾ ਹੈ ਕਿ ਨਹੀਂ ਠੀਕ ਹੋਇਆ ਜਾਂ ਨਹੀਂ ਠੀਕ ਹੋ ਰਿਹਾ, ਉਸ ਦੇ ਆ ਕੇ ਗੱਲਬਾਤ ਕਰੋ ਨਾ, ਗੱਲਬਾਤ ਦੇ ਨਾਲ ਹੀ ਗੱਲ ਅੱਗੇ ਵਧੇਗੀ। ਤਾਂ ਤੁਸੀਂ ਗੱਲਬਾਤ ਦੇ ਪੱਖ ਦੇ ਵਿੱਚ ਨਹੀਂ ਨਜ਼ਰ ਆ ਰਹੇ, ਤੁਹਾਡਾ ਬਿਆਨ ਇਸ ਤਰੀਕੇ ਨਾਲ ਲੱਗ ਰਿਹਾ। ਗੱਲਬਾਤ ਸੀ, ਆਖਰ ਗੱਲਬਾਤ ਨਾਲ ਹੀ ਮਾਮਲਾ ਹੱਲ ਹੋਣਾ ਹੈ, ਪਰ ਗੱਲਬਾਤ ਲਈ ਪਹਿਲਾਂ ਜੀ। ਮਾਹੌਲ ਹੋਣਾ ਚਾਹੀਦਾ ਹੈ। ਦੂਜੇ ਇਹ ਕਿਸਾਨਾਂ ਨੂੰ ਇਹ ਤਾਂ ਪਤਾ ਲੱਗੇ ਕਿ ਹਾਂ ਉਹ ਗੱਲਬਾਤ 'ਚੋਂ ਕੋਈ ਗੱਲ ਨਿਕਲੇਗੀ। ਜੇ ਇਹ ਗੱਲਬਾਤ ਸਿਰਫ ਇਸ ਗੱਲ ਨਹੀਂ ਹੈ ਕਿ ਸਰਕਾਰ ਦੀ ਗੱਲ ਮੰਨ ਜਾਓ ਤਾਂ ਫਿਰ ਇਹ ਗੱਲਬਾਤ ਤਾਂ ਨਾ ਹੋਈ। ਗੱਲ ਤਾਂ ਇਹ ਹੈ ਕਿ ਜੋ ਸਿਸਟਮ ਪਹਿਲਾਂ ਚੱਲਦਾ ਸੀ, ਜਿਸ 'ਚ ਕਿਸਾਨ ਲੁੱਟੇ ਜਾ ਰਹੇ ਸੀ, ਉਹ ਸਿਸਟਮ ਮੋਦੀ ਸਾਹਿਬ ਬਹਾਲ ਕਰਨਾ ਚਾਹੁੰਦੇ ਨੇ, ਔਰ ਇਸ ਨੂੰ ਬਹਾਲ ਕਰਨ ਦਾ ਉਹ ਇਕਰਾਰ ਕਰਕੇ ਆਏ ਨੇ ਅਮਰੀਕਾ ਦੇ ਨਾਲ। ਹੁਣ ਉਸ ਨੀਤੀ ਤੇ ਚੱਲਣ ਨਾਲ ਗੱਲਬਾਤ ਸਲੇ ਨਹੀਂ ਨਿਕਲਣੀ। ਆਲ ਇੰਡੀਆ ਲੀਡਰਸ਼ਿਪ, ਨਾ ਆਲ ਇੰਡੀਆ ਕਿਸਾਨ ਸਭਾ ਦੀ ਲੀਡਰਸ਼ਿਪ ਨੂੰ ਕੋਈ ਸੱਦਾ ਆਇਆ, ਨਾ ਦੂਸਰੀਆਂ ਆਲ ਇੰਡੀਆ ਆਰਗੇਨਾਈਜੇਸ਼ਨਾਂ ਨੂੰ ਆਇਆ ਹੈ। 250 ਜਥੇਬੰਦੀਆਂ ਦੀ ਸੰਘਰਸ਼ ਕਮੇਟੀ ਹੈ, 250 ਜਥੇਬੰਦੀਆਂ ਦੀ, ਉਹਨੂੰ ਕੋਈ ਸੱਦਾ ਨਹੀਂ ਗਿਆ। ਤੇ ਸਿਰਫ ਪ੍ਰਚਾਰ ਮੁਹਿੰਮ ਹੈ ਲਗਾਤਾਰ ਜਿਹੜੀ ਚਲਾਈ ਜਾ ਰਹੀ ਹੈ। 8 ਵਜੇ ਰੇਸ ਕੰਮ ਤੇ ਲਾਏ ਗਏ ਨੇ ਤੇ ਪ੍ਰਧਾਨ ਮੰਤਰੀ ਆਪ ਅੱਗੇ ਲੱਗੇ ਹੋਏ ਨੇ। ਇਹ ਕੋਈ ਗੱਲਬਾਤ ਦਾ ਮਾਹੌਲ ਤੋਂ ਬਣਨਾ ਚਾਹੀਦਾ ਹੈ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਗੁਲਜ਼ਾਰ ਸਿੰਘ ਜੀ ਹੈਗੇ ਨੇ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਗੁਲਜ਼ਾਰ ਸਿੰਘ ਜੀ, ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਕੀ ਸੋਚ ਰਹੀ ਹੈ ਇਸ ਸਮੇਂ? ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਥੇਬੰਦੀਆਂ ਕੀ ਸੋਚ ਰਹੀਆਂ ਨੇ, ਕਿ ਗੱਲਬਾਤ ਦੇ ਲਈ ਰਾਜ਼ੀ ਨੇ ਜਾਂ ਨਹੀਂ ਨੇ। ਬੁੱਧਵਾਰ ਨੂੰ ਗੱਲਬਾਤ ਹੋਏਗੀ ਕੇਂਦਰ ਦੇ ਨਾਲ ਜਾਂ ਨਹੀਂ ਹੋਏਗੀ? ਰਾਜੇਵਾਲ, BKU ਰਾਜੇਵਾਲ ਦਾ ਕੀ ਪ੍ਰਤੀਕਰਮ ਹੈ ਇਸ ਦੇ ਉੱਤੇ? ਗੌਰਵ ਜੀ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ। ਬੇਨਤੀ ਇਹ ਹੈ ਵੀ ਦੇਖੋ, ਸਾਡੀ ਜਿਹੜੀ 31 ਮੈਂਬਰੀ ਕਮੇਟੀ ਹੈ, ਸਾਡੀ 31 ਯੂਨੀਅਨਾਂ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਬਣੀ ਹੈ, ਉਹਦੀ ਕੱਲ੍ਹ ਨੂੰ ਅਸੀਂ ਮੀਟਿੰਗ ਸੱਦੀ ਹੈ ਚੰਡੀਗੜ੍ਹ ਦੇ ਵਿੱਚ। ਉੱਥੇ ਅਸੀਂ ਸਾਰੇ ਮੁੱਦੇ ਤੇ ਵਿਚਾਰ ਕਰਾਂਗੇ, ਕਿਉਂਕਿ ਜਿਹੜੀ ਵਰਡਿੰਗ ਹੈ ਇਸ ਟਾਈਮ ਕੇਂਦਰ ਸਰਕਾਰ ਦੀ, ਉਹਦੇ ਵਿੱਚ ਲੱਗਦਾ ਵੀ ਉਹਨਾਂ ਦਾ ਸਾਰਥਕ ਹੈਗਾ, ਉਹ ਗੱਲ ਕਰਨੀ ਚਾਹੁੰਦੇ ਨੇ। ਅਸੀਂ ਵੀ ਗੱਲ ਤੋਂ ਨਹੀਂ ਭੱਜਦੇ, ਲੇਕਿਨ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਵਾਚਾਂਗੇ। ਉਹ ਪਹਿਲਾਂ ਜਿਹੜਾ ਪਿੱਛੇ 8 ਤਰੀਕ ਨੂੰ ਚਿੱਠੀ ਆਈ ਸੀਗੀ ਖੇਤੀਬਾੜੀ ਸਕੱਤਰ ਦੀ, ਉਹਦੇ ਵਿੱਚ ਜਿੱਦਾਂ ਦਾ ਉਹਨਾਂ ਨੇ ਲਿਖਿਆ ਸੀਗਾ ਕਿ ਦੇਖੋ ਜੀ, ਆਓ ਤੁਹਾਨੂੰ ਸਮਝਾਵਾਂਗੇ ਵੀ ਤੁਹਾਡੇ ਦੇ ਵਿੱਚ ਕੀ ਕੀ ਕਮੀਆਂ ਨੇ। ਸਮਝਣ ਨੂੰ ਅਸੀਂ ਕੋਈ ਜਿਹੜੇ ਸਾਤੋਂ ਹੀ ਇਹ ਪੁੱਛ ਲੈਣ ਵੀ ਕੀ ਕੀ ਅਸੀਂ ਉਹਦੇ ਵਿੱਚ ਕਾਨੂੰਨ 'ਚ ਕਮੀਆਂ ਨੇ, ਸਾਨੂੰ ਸਾਡੇ ਨਾਲੋਂ ਬੈਟਰ ਜਾਣਦੇ ਨੇ ਕੋਈ। ਪਰ ਹੁਣ ਮਾਮਲਾ ਤਾਂ ਇਹ ਹੈ ਵੀ ਜੇ ਉਹਦੇ ਚਿੱਠੀ ਦੇ ਕੱਲ ਵਿਚਾਰ ਹੋਊਗੀ, ਕੱਲ ਨੂੰ ਮੀਟਿੰਗ ਦੇ ਵਿੱਚ ਜੋ ਪਾਸ ਹੋਊਗਾ ਇਹ ਸਾਡੀ ਹਾਈ ਕਮਾਂਡ ਨੇ ਕਰਨਾ ਹੈ। ਕੱਲ ਨੂੰ ਸਾਡੀ ਮੀਟਿੰਗ ਹੈ ਚੰਡੀਗੜ੍ਹ ਦੇ ਵਿੱਚ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਅੱਛਾ, ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਗੁਲਜ਼ਾਰ ਜੀ, ਤੁਸੀਂ ਕਹਿ ਰਹੇ ਹੋ ਮੀਟਿੰਗ ਦੇ ਵਿੱਚ ਫੈਸਲਾ ਹੋਏਗਾ, ਹਾਲਾਂਕਿ ਤੁਸੀਂ ਬਹੁਤ ਪੋਜ਼ਿਟਿਵ ਗੱਲਬਾਤ ਨੂੰ ਲੈ ਕੇ ਨਜ਼ਰ ਆ ਰਹੇ ਹੋ। 31 ਦੇ ਵਿੱਚੋਂ 29 ਨੂੰ ਸੱਦਾ ਭੇਜਿਆ ਗਿਆ ਹੈ ਤੇ ਕਈ ਜਥੇਬੰਦੀਆਂ ਨੂੰ ਨਹੀਂ ਸੱਦਾ ਭੇਜਿਆ ਗਿਆ, ਆਲ ਇੰਡੀਆ ਕਿਸਾਨ ਸਭਾ ਨੂੰ ਨਹੀਂ ਭੇਜਿਆ ਗਿਆ। ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕੋਈ ਪਿੱਛੇ ਸਾਜ਼ਿਸ਼ ਹੈ ਜਾਂ ਨਹੀਂ? ਇਸ ਤਰੀਕੇ ਨਾਲ ਕਰਨਾ ਚਾਹੀਦਾ ਸੀ ਕੇਂਦਰ ਦੀ ਸਰਕਾਰ ਨੂੰ? ਦੇਖੋ ਜੀ, ਕੇਂਦਰ ਦੀ ਸਰਕਾਰ ਨੂੰ ਸਾਰੇ ਜਥੇਬੰਦੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ। ਇਹ ਬਹੁਤ ਵੱਡਾ ਮਾਮਲਾ ਹੈ ਔਰ ਇਹਦੇ ਨਾਲ ਮੈਂ ਇਹ ਗੱਲ ਸਮਝਦਾ ਵੀ ਇਹ ਇਕੱਲੇ ਪੰਜਾਬ ਦਾ ਕਿਸਾਨ ਦਾ ਨੁਕਸਾਨ ਨਹੀਂ ਹੈ, ਇਹਦੇ ਨਾਲ ਤਾਂ ਪੰਜਾਬ ਨੇ ਡੁੱਬ ਜਾਣਾ ਸਾਰੇ ਨੇ। ਇਸ ਕਰਕੇ ਜਿਹੜੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਨੇ, ਸਾਰਿਆਂ ਨੂੰ ਸੱਦਾ ਦੇਣਾ ਬਣਦਾ ਹੈ ਕੇਂਦਰ ਸਰਕਾਰ ਦਾ, ਤਾਂ ਹੀ ਮਾਮਲਾ ਹੱਲ ਹੋ ਸਕਦਾ। ਠੀਕ ਹੈ, ਤੁਸੀਂ ਕਹਿ ਰਹੇ ਹੋ ਸੱਦਾ ਦੇਣਾ ਬਣਦਾ। ਮੈਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਨੇ, ਵਾਪਸ ਆਵਾਂਗੇ, ਇਸ ਗੱਲਬਾਤ ਨੂੰ ਅੱਗੇ ਵਧਾਵਾਂਗੇ। ਪੰਨੂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵੱਲੋਂ ਇਨਕਾਰ ਕਿਉਂ ਕੀਤਾ ਜਾ ਰਿਹਾ। ਉਹਨਾਂ ਨੇ ਤਰਕ ਦਿੱਤੇ ਨੇ, ਪਰ ਇਸ ਤਰਕਾਂ ਦੇ ਵਿਚਾਲੇ ਕੀ ਵਾਕਈ ਗੱਲਬਾਤ ਅੱਗੇ ਨਹੀਂ ਤੁਰੇਗੀ ਜਾਂ ਗੱਲਬਾਤ ਤੋਰਨ ਦੇ ਲਈ ਅੱਗੇ ਕੁਝ ਹੋਰ ਕਰਨਾ ਹੋਵੇਗਾ? ਕੇਂਦਰ ਦੀ ਸਰਕਾਰ ਗੱਲਬਾਤ ਦੇ ਲਈ ਕਿਸ ਤਰ੍ਹਾਂ ਦਾ ਸੱਦਾ ਭੇਜੇ ਕਿ ਉਹਨਾਂ ਦੇ ਵੱਲੋਂ ਹਾਮੀ ਭਰੀ ਜਾਏਗੀ ਗੱਲਬਾਤ ਦੀ? ਮੈਂ ਇੱਕ ਹੋਰ ਛੋਟਾ ਜਿਹਾ ਬ੍ਰੇਕ ਲੈ ਰਿਹਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਦਰਸ਼ਕਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਨੰਬਰ ਤੁਹਾਡੀ ਟੀਵੀ ਸਕਰੀਨ ਤੇ ਅਸੀਂ ਲਗਾਤਾਰ ਫਲੈਸ਼ ਕਰ ਰਹੇ ਹਾਂ, ਤੁਸੀਂ ਇਸ ਨੰਬਰ ਤੇ ਕਾਲ ਕਰੋ, ਸਾਡੇ ਨਾਲ ਜੁੜੋ ਤੇ ਆਪਣੀ ਰਾਏ ਵੀ ਜ਼ਰੂਰ ਸਾਡੇ ਤੱਕ ਪਹੁੰਚਾਓ। ਬ੍ਰੇਕ ਛੋਟਾ ਜਿਹਾ, ਉਸ ਤੋਂ ਬਾਅਦ ਚਰਚਾ ਦੁਬਾਰਾ ਰਹੇਗੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਗੱਲ ਕਿਸਾਨਾਂ ਦੀ ਕਰ ਰਹੇ ਹਾਂ, ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿਚਾਲੇ ਕੇਂਦਰ ਦੇ ਸੱਦੇ ਦੀ ਕਰ ਰਹੇ ਹਾਂ। ਕੇਂਦਰ ਨੇ ਸੱਦਿਆ ਕਿਸਾਨਾਂ ਨੂੰ, 29 ਕਿਸਾਨ ਜਥੇਬੰਦੀਆਂ ਨੂੰ ਪਹੁੰਚਿਆ ਲੈਟਰ ਕਿ ਬੁੱਧਵਾਰ ਨੂੰ ਆਓ ਗੱਲਬਾਤ ਕਰੋ। ਸਵੇਰੇ 11:30 ਵਜੇ ਦਿੱਲੀ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵੱਲੋਂ, ਮੰਤਰਾਲੇ ਦੇ ਵੱਲੋਂ ਇਹ ਚਿੱਠੀ ਜਾਰੀ ਕੀਤੀ ਗਈ ਹੈ। ਮਹਿਮਾਨ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਜਾਣਨ ਦੀ ਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਗੱਲਬਾਤ ਕਿ ਉਹਨਾਂ ਦਾ ਅੱਗੇ ਦਾ ਸਟੈਪ ਕੀ ਹੋਏਗਾ। ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। SMS ਦੇ ਜ਼ਰੀਏ ਵੀ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਤੇ ਇਸ ਵਿਚਾਲੇ ਸਾਡੇ ਨਾਲ ਕੁਝ ਦਰਸ਼ਕ ਜੁੜ ਰਹੇ ਨੇ ਫੋਨ ਲਾਈਨ ਤੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਕਾਲਰ ਜੁੜ ਰਹੇ ਨੇ ਗੁਰਚਰਨ ਜੀ। ਗੁਰਚਰਨ ਜੀ ਸਾਡੇ ਨਾਲ ਜੁੜ ਰਹੇ ਨੇ ਹਰਿਆਣਾ ਤੋਂ। ਗੁਰਚਰਨ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਸਮਝਣਾ ਚਾਹਨਾ ਹੈ ਅਸੀਂ ਤੁਹਾਡੇ ਤੋਂ ਵੀ
ਕਿ ਤੁਹਾਨੂੰ ਲੱਗਦਾ ਹੈ ਕਿ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਕੇਂਦਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ? ਹੈਲੋ ਜੀ ਜੀ ਗੁਰਚਰਨ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਾਡੇ ਤੱਕ। ਹੈਲੋ ਗੌਰਵ ਜੀ, ਨਮਸਕਾਰ। ਨਮਸਕਾਰ ਜੀ। ਗੌਰਵ ਜੀ, ਗੱਲ ਇਸ ਤਰ੍ਹਾਂ ਦੀ, ਜੇ ਆਪਾਂ ਕਿਸੇ ਡਾਕਟਰ ਕੋਲ ਜਾਈਏ ਜੀ, ਉਹਨੂੰ ਆਖੀ ਮੈਨੂੰ ਸਿਰ ਪੀੜ ਹੁੰਦੀ ਹੈ ਤੇ ਡਾਕਟਰ ਪਾਗਲ ਹੋਵੇ ਉਹਦਾ ਚੁੱਕ ਕੇ ਆਪਰੇਸ਼ਨ ਕਰਦਾ ਹੈ, ਦੱਸੋ ਉਹਨੂੰ ਡਾਕਟਰ ਨੂੰ ਆਪਾਂ ਸਿਆਣਾ ਕਵਾਂਗੇ ਜਾਂ ਪਾਗਲ? ਜੀ ਡਾਕਟਰ ਜੀ, ਆਪਣਾ ਗੌਰਵ ਸਾਹਿਬ ਜੀ ਇਹਨਾਂ ਸਾਡੇ ਨਾਲ ਇਸ ਤਰ੍ਹਾਂ ਹੀ ਕੀਤਾ ਹੈ। ਹੁਣ ਮਰੀਜ਼ ਆਪਣੇ ਜ਼ਿਮੀਂਦਾਰਾਂ ਨੂੰ ਦਿੱਕਤ ਹੋਈ ਹੈ ਬਈ ਜਿਹੜਾ ਕੰਪਿਊਟਰਾਂ ਦੇ ਉਲਝਾਇਆ ਹੈ, ਤੇ ਸਾਨੂੰ ਮਸਲਾ ਤੇ ਉਹ ਹੱਲ ਹੋਣਾ ਚਾਹੀਦਾ ਸੀ। ਇਹਨਾਂ ਸਿਆਪੇ ਹੋਰ ਪਾ ਦਿੱਤੇ ਨੇ। ਤੇ ਜੇ ਮਰੀਜ਼ ਨੂੰ ਨਹੀਂ ਚਾਹੀਦਾ ਤਾਂ ਮਰੀਜ਼ ਠੀਕ ਹੋ ਸਕਦਾ। ਠੀਕ ਹੈ ਗੁਰਚਰਨ ਜੀ, ਤੁਹਾਡੀ ਸਾਡੇ ਤੱਕ ਗੱਲ ਪਹੁੰਚੀ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਗੁਰਚਰਨ ਜੀ ਜੋ ਕਹਿਣਾ ਚਾਹ ਰਹੇ ਨੇ, ਉਹ ਕਹਿਣਾ ਚਾਹ ਰਹੇ ਨੇ ਕਿ ਜੋ ਮਰਜ਼ ਹੈ ਉਸ ਦੀ ਦਵਾਈ ਨਹੀਂ ਦਿੱਤੀ ਜਾ ਰਹੀ, ਬਲਕਿ ਹੋਰ ਹੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਮੈਂ ਆਪਣੀ ਚਰਚਾ ਨੂੰ ਅੱਗੇ ਵਧਾਉਣਾ, ਅੱਗੇ ਵੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਰੱਖਾਂਗੇ ਤੇ ਮੈਂ ਰੁਕ ਕਰਦਾ ਸਤਨਾਮ ਸਿੰਘ ਪੰਨੂ ਜੀ ਦਾ। ਪੰਨੂ ਜੀ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਥੋੜਾ ਜਿਹਾ ਟੈਕਨੀਕਲ ਇਸ਼ੂ ਲੱਗ ਰਿਹਾ ਹੈ ਤੁਹਾਡੇ ਨਾਲ ਜਦੋਂ ਗੱਲਬਾਤ ਅਸੀਂ ਕਰਦੇ ਹਾਂ, ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ, ਤੁਸੀਂ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਪੰਜਾਬ ਦਾ ਆਹ ਲੀਡਰ ਆ ਕਹਿ ਰਿਹਾ ਹੈ, ਆਹ ਲੀਡਰ ਆ ਕਹਿ ਰਿਹਾ, ਆਹ ਲੀਡਰ ਆ ਕਹਿ ਰਿਹਾ। ਤੁਸੀਂ ਪੰਜਾਬ ਵਾਲੇ ਲੀਡਰਾਂ ਨੂੰ ਸਾਈਡ ਰੱਖ ਕੇ ਇੱਕ ਵਾਰ ਦਿੱਲੀ ਜਾਓ ਤਾਂ ਸਹੀ। ਦਿੱਲੀ ਦੀ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਆਓ ਗੱਲਬਾਤ ਕਰੋ, ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਹਾਂ ਗੱਲਬਾਤ ਕਰਾਂਗੇ, ਤਾਂ ਇੱਕ ਵਾਰੀ ਜਾਓ, ਦੇਖੋ ਕੀ ਹੁੰਦਾ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰੀ ਜਾ ਕੇ ਗੱਲ ਕਰ ਹੀ ਲੈਣੀ ਚਾਹੀਦੀ ਹੈ ਕਿ ਪਹਿਲੀ ਮੀਟਿੰਗ 'ਚ ਹੀ ਪਤਾ ਲੱਗ ਜਾਏਗਾ ਕਿ ਹੋ ਕੀ ਰਿਹਾ? ਗੌਰਵ ਜੀ, इधर देखो, असी किसी भी किसान जथेबंदी के आगू बारे नहीं किया, कुछ नहीं किया। ਅਸੀਂ ਤੇ ਆਪਣੀ ਜਥੇਬੰਦੀ ਦਾ ਤਰਕ ਦਿੱਤਾ ਵੀ ਇਹਨਾਂ ਕਾਰਨਾਂ ਕਰਕੇ ਅਸੀਂ ਦਿੱਲੀ ਗੱਲਬਾਤ ਤੇ ਨਹੀਂ ਜਾ ਰਹੇ। ਜਦੋਂ ਜਥੇਬੰਦੀਆਂ ਨੂੰ ਸੱਦਿਆ ਨਹੀਂ ਜਾ ਰਿਹਾ, ਕੋਈ ਕਲੀਅਰ ਨਹੀਂ ਗੱਲਬਾਤ ਹੋਣੀ ਕਿਹਦੇ ਨਾਲ ਵਾ, ਇੱਕ ਬੰਨੇ ਦੂਜੇ ਬਿਆਨ ਦਿੱਤੇ ਜਾ ਰਹੇ ਆ, ਕਈ ਤਰ੍ਹਾਂ ਦੇ ਭੜਕਾਊ ਬਿਆਨ ਦਿੱਤੇ ਜਾ ਰਹੇ ਆ। ਮੈਂ ਉਹ ਜੋ ਸਾਂਭਰ ਜੀ ਕਹਿ ਰਿਹਾ ਵੀ ਇਹ ਗੱਲਬਾਤ ਦਾ ਮਾਹੌਲ ਪਹਿਲਾਂ ਸਾਜ਼ਗਾਰ ਬਣਾਉਣਾ ਚਾਹੀਦਾ। ਜੇ ਮਾਹੌਲ ਸਾਜ਼ਗਾਰ ਨਹੀਂ ਜਿੰਨਾ ਚਿਰ ਬਣਦਾ ਉਹਨਾਂ ਚਿਰ ਗੱਲਬਾਤ ਕੋਈ ਠੋਸ ਨਤੀਜੇ ਨਹੀਂ ਨਿਕਲਣਗੇ। ਤੇ ਪ੍ਰਧਾਨ ਮੰਤਰੀ ਖੁਦ ਪਹਿਲ ਕਰਨ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਆ, ਲੋਕਾਂ ਤੋਂ ਲੋਕਾਂ ਨੂੰ ਉਹਨਾਂ ਤੋਂ ਆਸਾਂ ਵਾ, ਤੇ ਉਹ ਪ੍ਰਧਾਨ ਮੰਤਰੀ ਆਪਣੀ ਪਹਿਲ ਕਿਉਂ ਨਹੀਂ ਕਰਦੇ? ਸਾਡੀ ਇਹ ਆ। ਬਾਕੀ ਸਾਡਾ ਜਥੇਬੰਦੀਆਂ ਨਾਲ ਕਿਸੇ ਆਗੂ ਬਾਰੇ ਨਹੀਂਗਾ। ਉਹ ਜਥੇਬੰਦੀਆਂ ਕੱਲ ਮੀਟਿੰਗ ਕਰ ਰਹੀਆਂ, 30 ਜਥੇਬੰਦੀਆਂ ਕੱਲ ਮੀਟਿੰਗ ਕਰ ਰਹੀਆਂ ਚੰਡੀਗੜ੍ਹ ਦੇ ਵਿੱਚ। ਸਤਨਾਮ ਜੀ, ਇੱਕ ਹੋਰ ਸਵਾਲ ਵੀ ਜਿਹੜੇ ਲੋਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਸੀ ਤਾਂ ਮੰਗਲਵਾਰ ਵਾਲੀ ਮੀਟਿੰਗ ਦੇ ਵਿੱਚ ਜਾ ਕੇ ਸ਼ਾਮਿਲ ਹੋਣ ਤੋਂ ਬਾਅਦ ਉੱਥੇ ਆਪਣੀ ਰਾਏ ਰੱਖ ਦਿੰਦੇ। ਤੁਸੀਂ ਪਹਿਲਾਂ ਹੀ ਸਭ ਕੁਝ ਕਹਿਤਾ ਕਿ ਅਸੀਂ ਨਹੀਂ ਜਾਣਾ ਚਾਹੁੰਦੇ, ਅਸੀਂ ਨਹੀਂ ਇਸ ਸੱਦੇ ਨੂੰ ਮੰਨਦੇ ਹੈਗੇ, ਤੁਸੀਂ ਅਲੱਗ ਕਿਉਂ ਤੁਰ ਰਹੇ ਹੋ ਬਾਕੀ ਕਿਸਾਨ ਜਥੇਬੰਦੀਆਂ ਤੋਂ? ਹਾਂਜੀ ਹਾਂਜੀ, ਕਿਸਾਨ ਦੇਖੋ ਜੀ, ਅਸੀਂ ਜਿਹੜੀਆਂ 31-30 ਜਥੇਬੰਦੀਆਂ ਸੀ, ਅਸੀਂ ਉਹਨਾਂ ਦਾ ਪਾਰਟ ਨਹੀਂ ਗਏ, ਪਰ ਅਸੀਂ ਤਾਲਮੇਲਵਾ ਨਾਲ ਕਰ ਰਹੇ ਹਾਂ। ਅਸੀਂ ਆਪਣੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਵੀ ਜਥੇਬੰਦੀ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ, ਗੱਲਬਾਤ ਕਰਨ ਦਾ ਕੋਈ ਮਾਹੌਲ ਨਹੀਂ ਹੈਗਾ। ਦੂਸਰਾ, ਅਸੀਂ ਉਹ 31-30 ਜਥੇਬੰਦੀਆਂ ਜੋ ਵੀ ਫੈਸਲਾ ਕਰਨਗੀਆਂ ਕੱਲ ਉਹ ਚੰਡੀਗੜ੍ਹ, ਜੇ ਉਹ ਜਾਣਾ ਚਾਹਣਗੇ ਸਾਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ, ਉਹ ਜਾ ਸਕਦੇ ਆ। ਜੇ ਕੋਈ ਠੋਸ ਹੱਲ ਕੱਢ ਕੇ ਲਿਆਉਣਗੇ ਅਸੀਂ ਪਹਿਲੇ ਸਵਾਗਤ ਕਰਨ ਵਾਲੇ ਹੋਵਾਂਗੇ। ਸਾਨੂੰ ਉਹਨਾਂ ਤੇ ਜਥੇਬੰਦੀਆਂ ਤੇ ਕੋਈ ਕਿਸੇ ਕਿਸਮ ਦਾ ਇਤਰਾਜ਼ ਨਹੀਂ, ਕਿਸੇ ਆਗੂ ਤੇ ਇਤਰਾਜ਼ ਨਹੀਂ, ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਹੈ। ਠੀਕ ਹੈ, ਸਾਂਬਰ ਜੀ ਸਾਡੇ ਨਾਲ ਲਗਾਤਾਰ ਨੇ। ਸਾਂਬਰ ਸਾਹਿਬ, ਮੈਂ ਤੁਹਾਡੇ ਤੋਂ ਇੱਕ ਛੋਟਾ ਜਿਹਾ ਰਿਐਕਸ਼ਨ ਚਾਹਣਾ, ਉਸ ਤੋਂ ਬਾਅਦ ਮੈਂ ਭੰਗੂ ਸਾਹਿਬ ਕੋਲ ਜਾਊਂਗਾ। ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਹੀ ਤਰੀਕੇ ਨਾਲ ਨਹੀਂ ਸੱਦਿਆ ਗਿਆ, ਇਹਦਾ ਸਤਨਾਮ ਜੀ ਨੇ ਜ਼ਿਕਰ ਕਰ ਦਿੱਤਾ ਕਿ ਨਹੀਂ ਅਸੀਂ ਨਹੀਂ ਜਾਵਾਂਗੇ, ਪਰ ਅਸੀਂ ਗੁਲਜ਼ਾਰ ਜੀ ਦਾ ਜ਼ਿਕਰ ਕਰ ਰਹੇ ਸੀ, ਉਹ ਪੋਜ਼ਿਟਿਵ ਨਜ਼ਰ ਆ ਰਹੇ ਨੇ ਕਿ ਜੇ ਵੱਖ-ਵੱਖ ਰਾਏ ਹੋਏਗੀ ਤਾਂ ਇਹ ਅੰਦੋਲਨ ਨੂੰ ਕਮਜ਼ੋਰ ਕਰਨ ਵਾਲੀ ਗੱਲ ਨਹੀਂ, ਇੱਕ ਰਾਏ ਤਾਂ ਬਣਨੀ ਚਾਹੀਦੀ ਹੈ। ਭੁਪਿੰਦਰ ਜੀ, ਆਵਾਜ਼ ਆ ਰਹੀ ਹੈ ਮੇਰੀ? ਗੌਰਵ ਜੀ ਮੈਨੂੰ ਪੁੱਛ ਰਿਹਾ ਹੈ? ਜੀ ਜੀ ਬਿਲकुल। ਭੁਪਿੰਦਰ ਜੀ, ਜੇਕਰ ਮੇਰੀ ਆਵਾਜ਼ ਆ ਰਹੀ ਹੈ ਤਾਂ ਮੈਂ ਸਮਝਣਾ ਚਾਹੁੰਦਾ ਕਿ ਜੇ ਵੱਖ-ਵੱਖ ਰਾਏ ਹੋਏਗੀ, ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਪੂਰੀ ਮੂਵਮੈਂਟ ਹੈ ਉਹ ਕਮਜ਼ੋਰ ਪੈ ਸਕਦੀ ਹੈ? ਇਸ ਵਿਚਾਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ, ਸੁਰਿੰਦਰ ਜੀ ਪਟਿਆਲਾ ਤੋਂ। ਸੁਰਿੰਦਰ ਜੀ, ਸਵਾਗਤ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਗੌਰਵ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਸ ਗੱਲਬਾਤ ਚੋਂ ਕੁਝ ਨਹੀਂ ਨਿਕਲਣਾ।
ਜੀ ਸਰਕਾਰ ਸਾਨੂੰ ਸਿਰਫ ਸੁਲਝਾਉਣ ਵਾਸਤੇ ਬੁਲਾ ਰਹੀ ਹੈ, ਨਾ ਕਿ ਕੋਈ ਤਬਦੀਲੀ ਕਰਨ ਵਾਸਤੇ। ਇਹ ਪਹਿਲਾਂ ਹੀ ਪਤਾ ਵੀ ਸਰਕਾਰ ਜੇ ਕੁਝ ਕਰਨਾ ਚਾਹੁੰਦੀ ਮੋਦੀ ਸਾਹਿਬ ਆਪ ਗੱਲਬਾਤ ਕਰਦੇ। ਠੀਕ ਹੈ, ਫਿਰ ਕੀ ਹੱਲ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਜੇ ਗੱਲਬਾਤ ਨਹੀਂ ਹੋਏਗੀ ਤਾਂ ਫਿਰ ਗੱਲ ਅੱਗੇ ਕਿਵੇਂ ਵਧੇਗੀ? ਮੋਦੀ ਸਾਹਿਬ ਆਪ ਗੱਲ ਕਰਨ। ਠੀਕ ਹੈ, ਉਹ ਅਫਸਰ ਗੱਲ ਕਰੇ ਜਿਹੜਾ ਫੈਸਲਾ ਲੈਣ ਦੇ ਸਮਰਥ ਹੋਵੇ। ਠੀਕ ਹੈ, ਸ਼ੁਕਰੀਆ ਸੁਰਿੰਦਰ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਅਸੀਂ ਆਪਣੇ ਦਰਸ਼ਕਾਂ ਦੀ ਰਾਏ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸੁਰਿੰਦਰ ਜੀ ਕਹਿ ਰਹੇ ਨੇ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਨਹੀਂ ਗੱਲਬਾਤ ਕਰਦੇ ਆ ਉਹ ਅਫਸਰ ਜਾਂ ਮੰਤਰੀ ਨਹੀਂ ਗੱਲਬਾਤ ਕਰਦੇ ਜੋ ਫੈਸਲਾ ਲੈਣ ਦੇ ਸਮਰੱਥ ਨੇ, ਉਸ ਵੇਲੇ ਤੱਕ ਗੱਲਬਾਤ ਨਹੀਂ ਹੋਣੀ ਚਾਹੀਦੀ। ਮੈਂ ਇੱਕ ਵਾਰੀ ਫੇਰ ਰੁਕ ਕਰਦਾ, ਡਾਕਟਰ ਕੇਸਰ ਸਿੰਘ ਭੰਗੂ ਜੀ ਸਾਡੇ ਨਾਲ ਜੁੜੇ ਹੋਏ ਨੇ। ਭੰਗੂ ਸਾਹਿਬ, ਅਸੀਂ ਗੱਲਬਾਤ, ਤੁਸੀਂ ਕਾਨੂੰਨ ਦਾ ਜ਼ਿਕਰ ਕਰ ਰਹੇ ਸੀ, ਅਸੀਂ ਗੱਲਬਾਤ ਦਾ ਵੀ ਨਾਲ ਜ਼ਿਕਰ ਕਰੀਏ। ਦੇਖੋ, ਹਰ ਚੀਜ਼ ਦੇ ਲਈ ਕਿਹਾ ਜਾਂਦਾ ਕਿ ਡਾਇਲੌਗਸ ਜ਼ਰੂਰੀ ਹੁੰਦੇ ਨੇ। ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਜੇਕਰ ਅਲੱਗ-ਅਲੱਗ ਰਾਏ ਹੁੰਦੀ ਹੈ, ਇਹਨਾਂ ਦੀ ਅਲੱਗ-ਅਲੱਗ ਧਾਰਨਾ ਬਣਦੀ ਹੈ, ਕੁਝ ਜਥੇਬੰਦੀਆਂ ਕਹਿਣ ਕਿ ਠੀਕ ਹੈ ਤੁਸੀਂ ਚਲੇ ਜਾਓ ਜਾਂ ਅਸੀਂ ਜਾਵਾਂਗੇ ਜਾਂ ਨਹੀਂ ਜਾਵਾਂਗੇ, ਤੇ ਇਸ ਦੇ ਨਾਲ ਅਸਰ ਪੂਰੀ ਮੂਵਮੈਂਟ ਦੇ ਉੱਤੇ ਨਜ਼ਰ ਆ ਸਕਦਾ ਹੈ। ਗੌਰਵ ਜੀ, ਜਿਹੜੀ ਤੁਸੀਂ ਗੱਲਬਾਤ ਦੀ ਗੱਲ ਕਰਦੇ ਹੋ, ਇਹ ਮੈਨੂੰ ਇਹ ਲੱਗਦਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕਿ ਜਦੋਂ ਉਹਨਾਂ ਨੇ ਗੱਲਬਾਤ ਕਰਨੀ ਹੈ, ਇਹ ਪੋਲੀਟੀਕਲ ਲੈਵਲ ਤੇ ਗੱਲਬਾਤ ਹੋਣੀ ਚਾਹੀਦੀ ਹੈ। ਤੇ ਜਿੱਥੋਂ ਤੱਕ ਤੁਸੀਂ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ, ਮੇਰੇ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਪਿਆਰੀਆਂ ਨੇ। ਉਹਨਾਂ ਨੇ ਆਲ ਇੰਡੀਆ ਲੈਵਲ ਤੇ ਕਿਸਾਨ ਸੰਘਰਸ਼ ਕਮੇਟੀ ਵੀ ਬਣਾਈ ਹੋਈ ਹੈ। ਉਹ ਉਹਨਾਂ ਨਾਲ ਜਿਹੜੀ ਗੱਲ ਕਰਨੀ ਚਾਹੀਦੀ ਹੈ। ਮੈਨੂੰ ਜਿਹੜੀ ਸਾਰੀ ਗੱਲ ਵਿੱਚੋਂ ਇਹ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਵੀ ਤੇ ਕਈ ਵਾਰੀਆਂ ਲੱਗਦਾ ਕਿ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਹੈ ਉਹ ਵੀ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਦੀ ਬਜਾਏ, ਇਸ਼ੂ ਨੂੰ ਹੱਲ ਕਰਨ ਦੀ ਬਜਾਏ, ਉਹ ਕਿਸੇ ਨਾ ਕਿਸਮ ਦੀ ਰਾਜਨੀਤੀ ਖੇਡ ਰਹੀ ਹੈ। ਜੇ ਕਿਉਂਕਿ ਕਿਸਾਨ ਭਾਰਤ ਦੇ ਨੇ, ਪੰਜਾਬ ਦੇ ਨੇ, ਉਹਨਾਂ ਨੂੰ ਕੌਨਫੀਡੈਂਸ ਚ ਲੈ ਕੇ ਜਿਹੜੀ ਸਾਰਥਕ ਗੱਲਬਾਤ ਕਰਨੀ ਚਾਹੀਦੀ ਹੈ ਸਾਰੀਆਂ ਧਿਰਾਂ ਦੇ ਨਾਲ। ਇਸ ਵਿੱਚ ਜਿਹੜੀ ਸਰਕਾਰ ਨੂੰ ਜਾਂ ਜਿਹੜੀਆਂ ਪਾਰਟੀਆਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮੈਨੂੰ ਖਦਸ਼ਾ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਜਾਂ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਸੰਘਰਸ਼ ਨੂੰ ਤੋੜਨਾ ਚਾਹੁੰਦੀਆਂ ਨੇ ਜੀ। ਤੇ ਮੈਂ ਇੱਥੇ ਇੱਕ ਜਿਹੜੀ ਗੱਲ ਹੋਰ ਰੱਖਣੀ ਚਾਹੁੰਦਾ, ਜਿਹੜੀ ਆਪਣੇ ਖੇਤੀ ਕਾਨੂੰਨਾਂ ਦੇ ਵਿੱਚ ਹੈ, ਕਿ ਇਹ ਜਦੋਂ ਤੁਸੀਂ ਕਾਨੂੰਨ ਪੜ੍ਹਦੇ ਹੋ, ਕਿਤੇ ਵੀ ਇਹ ਨਹੀਂ ਹੈਗਾ ਕਿ MSP ਜਿਹੜੀ ਹੈ ਉਹ ਖਤਮ ਕੀਤੀ ਜਾਏਗੀ, ਕਿਤੇ ਇਹ ਨਹੀਂ ਹੈਗਾ ਕਿ MSP ਜਾਰੀ ਰਹੇਗੀ। MSP ਬਾਰੇ ਜਿਹੜੇ ਕਾਨੂੰਨ ਨੇ ਉਹ ਚੁੱਪ ਨੇ, ਪਰ ਜਿਹੜੀ ਦੀ ਇੰਪਲੀਕੇਸ਼ਨ ਹੈ ਕਿ ਜੇ ਤੁਹਾਡੇ ਚੌਲ ਅਤੇ ਕਣਕ ਜ਼ਰੂਰੀ ਵਸਤਾਂ ਹੀ ਨਹੀਂ ਖਾਣ ਲਈ ਐਸੈਂਸ਼ੀਅਲ ਕਮੋਡਿਟੀਜ਼ ਤੋਂ ਬਾਹਰ ਕੱਢ ਦਿੱਤਾ ਹੈ, ਤਾਂ ਫਿਰ ਬਈ PDS ਲਈ ਸਰਕਾਰ ਖਰੀਦ ਕਿਉਂ ਕਰੇਗੀ? ਜੇ PDS ਲਈ ਸਰਕਾਰ ਨੇ ਖਰੀਦ ਨਹੀਂ ਕਰਨੀ ਤਾਂ ਉਹ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਹੈ ਉਹ ਕਿਉਂ ਦੇਗੀ? ਜਿਵੇਂ ਐਗਜ਼ਾਮਪਲ ਦੇ ਤੌਰ ਤੇ ਹੁਣ ਝੋਨੇ ਲਈ ਜਿਹੜੀ 36,000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਪੰਜਾਬ ਨੂੰ ਮਿਲਣੀ ਸੀ, ਜਿਹੜੀ ਕਿ 30,260 ਕਰੋੜ ਰੁਪਏ ਮਿਲੀ ਆ, ਤੇ ਇਵੇਂ ਹੀ ਗ੍ਰੈਜੂਅਲੀ ਅਗਲੀ ਵਾਰੀ ਕਣਕ ਦੀ ਹੋਰ ਦੀ ਉਹ ਘਟ ਜਾਏਗਾ। ਜਦੋਂ PDS ਨਹੀਂ ਖਰੀਦਣਾ ਤੇ MSP ਵੀ ਨਹੀਂ ਹੋਣੀ, ਕਿਉਂਕਿ ਜਦੋਂ ਖਰੀਦਣਾ ਹੀ ਨਹੀਂ, ਸਪਲਾਈ ਜ਼ਿਆਦਾ, ਡਿਮਾਂਡ ਘੱਟ ਹੈ। ਇਸ ਲਈ ਇਹ ਕੁਝ ਅਨਰਿਟਨ ਇੰਪਲੀਕੇਸ਼ਨਸ ਨੇ ਜਿਹਦੇ ਵਿੱਚ ਆਮ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ। ਕਿਸਾਨਾਂ ਨੂੰ ਸਮਝ ਲੱਗੀ ਹੋਈ ਹੈ, ਕਿਸਾਨ ਇਸੇ ਕਰਕੇ ਐਜੀਟੇਟ ਕਰਦੇ ਨੇ। ਮੈਂ ਤੁਹਾਡੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਇਕਜੁੱਟ ਰਹਿਣ। ਆਖਰੀ ਗੱਲਬਾਤ ਨਾਲ ਹੀ ਹੋਣਾ ਹੈ ਤੇ ਕੇਂਦਰ ਸਰਕਾਰ ਤੇ ਪੋਲੀਟੀਕਲ ਪਾਰਟੀਆਂ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਕਿ ਉਹ ਕਿਸਾਨਾਂ ਨਾਲ ਰਾਜਨੀਤੀ ਨਾ ਖੇਡਣ। ਠੀਕ ਹੈ, ਇਹ ਤੁਸੀਂ ਬਹੁਤ ਇੰਪੋਰਟੈਂਟ ਗੱਲ ਕਹੀ ਹੈ ਕਿ ਇਕਜੁੱਟਤਾ ਰਹਿਣਾ ਹੋਏਗਾ, ਜੋ ਸਟਾਰਟਿੰਗ ਤੋਂ ਮੈਂ ਜ਼ਿਕਰ ਕਰ ਰਿਹਾ ਕਿ ਸਭ ਤੋਂ ਵੱਡੀ ਚੁਣੌਤੀ ਇਸ ਸਮੇਂ ਕਿਸਾਨਾਂ ਦੇ ਸਾਹਮਣੇ ਇਹੀ ਹੈ ਕਿ ਏਕਾ ਕਿਵੇਂ ਬਰਕਰਾਰ ਰੱਖਿਆ ਜਾਵੇ। ਪਰ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਦਈਏ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਵੀ ਗੱਲਬਾਤ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਜਿਵੇਂ ਇਸ ਸਮੇਂ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੀ ਗੱਲਬਾਤ ਨੂੰ ਤਿਆਰ ਹੈ। ਮਨਜੀਤ ਸਿੰਘ ਧਨੇਰ ਕੀ ਕੁਝ ਕਹਿ ਰਹੇ ਨੇ, ਤੁਹਾਨੂੰ ਸੁਣਵਾਉਂਦੇ ਹਾਂ। ਉਹ ਮੀਟਿੰਗਾਂ ਚੱਲ ਰਹੀਆਂ ਨੇ, 10 ਕਿਸਾਨ ਜਥਿਆਂ ਦੀ ਮੀਟਿੰਗ ਹੋਈ ਹੈ, ਕੱਲ ਨੂੰ 30 ਦੀ ਹੋਣੀ ਆ। ਉਹਦੇ 'ਚ ਅਸੀਂ ਮੰਨਾਂਗੇ ਤਾਂ ਫੈਸਲਾ ਹੋ ਜਿਹੜੀਆਂ ਸਾਰੀਆਂ ਜਥੇਬੰਦੀਆਂ ਕਰਨਗੀਆਂ। ਉਹ ਸਾਡੇ ਜਥੇਬੰਦੀ ਵੱਲੋਂ ਪਾਸ ਹੋਇਆ ਵੀ ਮਤਲਬ ਗੱਲਬਾਤ ਕਰਨ ਜਾਣਾ ਚਾਹੀਦਾ। ਇਹ ਵੀ ਸਾਨੂੰ ਲੱਗਦਾ ਵੀ ਗੱਲਬਾਤ 'ਚੋਂ ਮਿਲਣਾ ਭਾਵੇਂ ਕੁਛ ਨਹੀਂ, ਪਰ ਗੱਲਬਾਤ ਨੂੰ ਜਾਣਾ ਜ਼ਰੂਰ ਚਾਹੀਦਾ, ਕਿਉਂਕਿ ਤਾਂ ਜਦੋਂ ਜੰਗ ਲੱਗੀ ਹੁੰਦੀ ਹੈ ਚੀਨ ਤੇ ਭਾਰਤ ਦੀ, ਉਦੋਂ ਵੀ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿੰਦੀਆਂ। ਸਾਡਾ ਤਾਂ ਸੰਘਰਸ਼ ਚੱਲਦਾ। ਆਹੀ ਜਿਹੜੇ ਕਾਲੇ ਕਾਨੂੰਨ ਬਣਾ ਕੇ ਖੇਤੀ ਧੰਦੇ ਨੂੰ ਉਜਾੜਨ ਲੱਗੇ ਨੇ, ਵੀ ਇਹਨਾਂ ਨੂੰ ਰੱਦ ਕੀਤਾ ਜਾਵੇ। ਬਿਜਲੀ ਐਕਟ 2020 ਉਹ ਰੱਦ ਕੀਤਾ ਜਾਵੇ।
ਤੇ ਅਸੀਂ ਆਪਣੀ ਚਰਚਾ ਨੂੰ ਅੱਗੇ ਵਧਾਉਂਦੇ ਹਾਂ ਤੇ ਇੱਕ ਇਹ ਵੀ ਹੋ ਗਿਆ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਹੁਣ ਡਕਾਉਂਦਾ ਦੋਨਾਂ ਦੇ ਵੱਲੋਂ ਕਰ ਦਿੱਤਾ ਗਿਆ ਸਾਫ਼ ਕਿ ਅਸੀਂ ਤਾਂ ਗੱਲਬਾਤ ਦੇ ਲਈ ਤਿਆਰ ਆ। ਮੈਂ ਅੱਗੇ ਵਧਾਂ ਤੇ ਇਸ ਵਿਚਾਲੇ ਇੱਕ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਲਈਏ। ਸਾਡੇ ਨਾਲ ਸੰਗਰੂਰ ਤੋਂ ਸੁਖ ਚੈਨ ਜੀ ਨੇ। ਸਵਾਗਤ ਹੈ ਸਰ ਤੁਹਾਡਾ, ਕੀ ਕਹਿਣਾ ਚਾਹੁੰਦੇ? ਸਰ ਮੈਂ ਨਾ ਸਾਰੀ ਖੇਤੀ ਕਿਸਾਨ ਦੁਨੀਆ ਜੋ ਵੀ ਆਪਣੀਆਂ ਹੈਗੀਆਂ ਨੇ 30-31 ਮੈਂ ਇਹਨਾਂ ਨੂੰ ਕਹਿਣਾ ਵੀ ਪਹਿਲਾਂ ਤੁਸੀਂ ਸਾਰੀ ਆਪਣੀ ਏਕਤਾ ਬਣਾਓ। ਤੁਸੀਂ ਆਪਣੇ ਸਾਰੇ ਇੱਕ ਮੰਚ ਤੇ ਇਕੱਠਾ ਹੋ ਕੇ ਇੱਕ ਲੋਕਾਤੀ ਪ੍ਰੋਗਰਾਮ ਬਣਾਓ ਜੋ ਤੁਸੀਂ ਪ੍ਰਧਾਨ ਮੰਤਰੀ ਨਾਲ ਜਾਂ ਬੀਜੇਪੀ ਨਾਲ ਗੱਲਬਾਤ ਕਰ ਸਕੋ। ਠੀਕ ਹੈ, ਕਿਉਂਕਿ ਜਿੰਨੀਆਂ ਵੀ ਇਹ ਆਪਣੀ ਜਥੇਬੰਦੀਆਂ ਨੇ ਆਪਣੇ ਬੰਦੇ ਲੈ ਕੇ ਆਪਣਾ ਘਾਹ ਕਰਦੇ ਨਾ, ਪੰਜਾਬ ਦਾ ਘਾਣ ਹੋ ਰਿਹਾ। ਠੀਕ ਹੈ, ਤੁਹਾਨੂੰ ਲੱਗਦਾ ਹੈ ਕਿ ਵੱਖਰੀ ਰਾਏ ਅੰਦੋਲਨ ਨੂੰ ਕਮਜ਼ੋਰ ਕਰ ਸਕਦੀ ਹੈ? ਹਾਂਜੀ ਸਰ, ਕਿਉਂਕਿ ਇਹਨਾਂ ਦੀ ਜਿਹੜੀ ਵੱਖਰੀ ਰਾਏ ਆ ਇਹਨਾਂ ਦੀ ਇਕਜੁੱਟ ਤੇ ਹੋ ਨਹੀਂ ਰਹੇ, ਕਿਉਂਕਿ ਜਿੰਨੇ ਇਹਨਾਂ ਦੀਆਂ ਜਥੇਬੰਦੀਆਂ ਉਹਨੇ ਇਹਨਾਂ ਦੇ ਰਸਤੇ ਨੇ ਉਹ ਹਰ ਆਪਣਾ ਨਵਾਂ ਸਟੈਪ ਚੱਕ ਰਹੀਆਂ ਨੇ। ਠੀਕ ਹੈ, ਤੇ ਮੈਂ ਇਹ ਕਹਿ ਰਿਹਾ ਵੀ ਸਾਰੀਆਂ ਜਥੇਬੰਦੀਆਂ ਜਦੋਂ ਤੱਕ ਇੱਕ ਸੂਤਰੀ ਆਪਣਾ ਪ੍ਰੋਗਰਾਮ ਨਹੀਂ ਬਣਾਉਂਦੀਆਂ, ਜੋ ਇਹਨਾਂ ਕੋਲ ਸਾਰੀ ਲਿਸਟ ਨਹੀਂ ਹੋਊਗੀ ਅਸੀਂ ਆਹ ਮੰਗਾਂ ਮਨਵਾਉਣੀਆਂ ਨੇ, ਜਦ ਤੱਕ ਕਿਸੇ ਵੀ ਕੋਈ ਗੱਲ ਦਾ ਫੈਸਲਾ ਨਹੀਂ ਹੋ ਸਕਦਾ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਅਸੀਂ ਆਪਣੀ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਸਮਾਂ ਹੁਣ ਸਾਡੇ ਕੋਲ ਬਹੁਤ ਪੂਰਾ ਮੈਂ ਗੁਲਜ਼ਾਰ ਜੀ ਕੋਲ ਜਾਣਾ ਚਾਹਾਂਗਾ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਖਜ਼ਾਨਚੀ ਜੁੜੇ ਹੋਏ ਨੇ ਗੁਲਜ਼ਾਰ ਸਿੰਘ ਜੀ। ਗੁਲਜ਼ਾਰ ਜੀ, ਕਿਸਾਨ ਆਗੂ ਆਪਣੀ ਰਾਏ ਰੱਖ ਰਹੇ ਨੇ, ਇਸ ਵਿਚਾਲੇ ਡਕਾਉਂਦਾ ਦੀ ਵੀ ਰਾਏ ਸਾਡੇ ਤੱਕ ਪਹੁੰਚ ਚੁੱਕੀ ਹੈ, ਉਹ ਵੀ ਤੁਹਾਨੂੰ ਸੁਣਵਾ ਦਿੱਤੀ। ਸਮਝਣਾ ਚਾਹਾਂਗੇ ਕਿਉਂਕਿ ਲੋਕ ਵੀ ਜਿਹੜੇ ਤੁਹਾਡੇ ਨਾਲ ਜੁੜ ਰਹੇ ਨੇ ਜਾਂ ਜਿਹੜੇ ਧਰਨੇ ਪ੍ਰਦਰਸ਼ਨਾਂ 'ਚ ਤੁਹਾਨੂੰ ਸਮਰਥਨ ਦੇ ਰਹੇ ਨੇ ਉਹ ਵੀ ਚਾਹੁੰਦੇ ਨੇ ਕਿ ਇਕਜੁੱਟ ਰਹੋ। ਜੇਕਰ ਮੰਗਲਵਾਰ ਦੀ ਮੀਟਿੰਗ ਦੇ ਵਿੱਚ ਗੱਲਬਾਤ ਇੱਕ ਸੇ ਨਹੀਂ ਚੜਦੀ ਤਾਂ ਅੱਗੇ ਕੀ ਬਦਲ ਤੁਸੀਂ ਸੋਚ ਰਹੇ ਹੋ? ਇਸ ਸਮੇਂ ਰਾਜੇਵਾਲ ਯੂਨੀਅਨ ਕੀ ਸੋਚ ਰਹੀ ਹੈ ਉਹ ਵੀ ਦਰਸ਼ਕਾਂ ਤੱਕ ਪਹੁੰਚਾਓ। ਜੇ ਕੱਲ 28 ਜਾਂ 29 ਜਥੇਬੰਦੀਆਂ ਦੇ ਵਿੱਚੋਂ 15 ਕਹਿਣ ਕਿ ਠੀਕ ਹੈ ਗੱਲਬਾਤ ਦੇ ਲਈ ਜਾਓ, 14 ਕਹਿਣ ਕਿ ਨਹੀਂ ਜਾਣਾ, ਤਾਂ ਫਿਰ ਕੀ ਸਥਿਤੀ ਬਣੇਗੀ? ਦੇਖੋ ਜੀ, ਸਾਡੀ ਜਿਹੜੀ 29 ਜਥੇਬੰਦੀਆਂ ਨੇ ਜੋ ਉਹ ਸਰਬਸੰਮਤੀ ਨਾਲ ਫੈਸਲਾ ਕਰਨਗੀਆਂ ਉਹੀ ਅਸੀਂ ਅੱਗੇ ਚਲਾਵਾਂਗੇ। ਇਹ ਜਿਹੜੀ ਚਿੱਠੀ ਕੇਂਦਰ ਸਰਕਾਰ ਵੱਲੋਂ ਸਾਨੂੰ ਆਈ ਹੈ ਇਹਦੇ ਕੱਲੇ ਲਫ਼ਜ਼ ਤੇ ਕੱਲ ਨੂੰ ਗੌਰ ਕਰੀ ਜਾਓ ਵੀ ਤੇ ਜੋ ਉੱਥੇ ਪਾਸ ਹੋਊਗਾ ਉਹ ਅਸੀਂ ਕਰਾਂਗੇ, ਜੋ 29 ਜਥੇਬੰਦੀਆਂ ਸਰਬਸੰਮਤੀ ਨਾਲ ਪਾਸ ਕਰਨਗੀਆਂ ਜੀ। ਤੇ ਅਜਿਹੀ ਕੋਈ ਗੱਲ ਨਹੀਂ ਕੋਈ ਸੋਚ ਰਹੇ ਹੋ ਨਾਲ ਲੂਗਾ, ਸਾਨੂੰ ਸਾਰੀ ਗੁਲਜ਼ਾਰ ਜੀ ਅੱਗੇ ਦਾ ਬਦਲ ਵੀ ਕੋਈ ਸੋਚ ਰਹੇ ਹੋ ਕਿ ਜੇਕਰ ਗੱਲਬਾਤ ਨਹੀਂ ਤਾਂ ਫਿਰ ਕੀ? ਨਹੀਂ, ਅੱਗੇ ਵਧਣ ਦੀ ਸੋਚਦੇ ਆ। ਜੇ ਦੇਖੋ ਸਰਕਾਰ ਦੀ ਜਿਹੜੀ ਚਿੱਠੀ ਆਈ ਆ ਉਹਨੂੰ ਜਦ ਪੜਾਂਗੇ ਵਾਚਾਂਗੇ ਉਹਦੇ ਕੱਲੇ ਲਫ਼ਜ਼ ਕੀ ਹੈ ਉਹ ਤਾਂ ਸਰਕਾਰ ਦੀ ਮਨਸਾ ਪਤਾ ਲੱਗ ਜੂ। ਹੁਣ ਜੇ ਅਸੀਂ ਕਹੀਏ ਵੀ ਸਰਕਾਰ ਦੇ ਨਾਲ ਤਾਂ ਬਿਲਕੁਲ ਗੱਲ ਹੀ ਨਹੀਂ ਕਰਨੀ ਤਾਂ ਫਿਰ ਮਸਲਾ ਕਿੱਦਾਂ ਨਿਬੜੂਗਾ? ਹਾਂ, ਜੇ ਰਾਜਨੀਤੀ ਲੱਗੀ ਸਾਨੂੰ ਵੀ ਵਿੱਚ ਸਰਕਾਰ ਰਾਜਨੀਤੀ ਕਰ ਰਹੀ ਹੈ ਤਾਂ ਅਸੀਂ ਜਵਾਬ ਦੇ ਦਾਂਗੇ ਇਸ ਗੱਲ ਤੋਂ। ਠੀਕ ਹੈ, ਤੇ ਤੁਸੀਂ ਜਿਹੜੀਆਂ ਜਥੇਬੰਦੀਆਂ ਨੂੰ ਸੱਦਿਆ ਗਿਆ ਸੈਂਟਰ ਦੇ ਵੱਲੋਂ ਸਿਰਫ ਉਹੀ ਬੈਠਣਗੀਆਂ ਗੱਲਬਾਤ ਦੇ ਲਈ ਜਾਂ ਕੁਝ ਅਜਿਹੀਆਂ ਜਥੇਬੰਦੀਆਂ ਵੀ ਨੇ ਜਿਨ੍ਹਾਂ ਨੂੰ ਨਹੀਂ ਆਇਆ ਸੱਦਾ ਤੇ ਉਹਨਾਂ ਨੂੰ ਵੀ ਸੱਦਿਆ ਗਿਆ ਚੰਡੀਗੜ੍ਹ, ਉਹਨਾਂ ਦੀ ਵੀ ਰਾਏ ਲਈ ਜਾਏਗੀ? ਜਿਵੇਂ ਕਈ ਜਥੇਬੰਦੀਆਂ ਤੁਹਾਡੇ ਨਾਲ ਨਹੀਂ ਹੈਗੀਆਂ 31 ਜਥੇਬੰਦੀਆਂ ਦੇ ਵਿੱਚ। ਮੇਰਾ ਵਿਚਾਰ ਇਹ ਹੈ ਵੀ ਸਰਕਾਰ ਨੂੰ ਦੂਜੀ ਜਥੇਬੰਦੀਆਂ ਵੀ ਸੱਦਣੀਆਂ ਚਾਹੀਦੀਆਂ ਨੇ, ਪਰ ਸਾਡੀ ਜਥੇਬੰਦੀਆਂ ਤੇ 29 ਜਥੇਬੰਦੀਆਂ ਜੋ ਫੈਸਲਾ ਸਰਬਸੰਮਤੀ ਨਾਲ ਕਰਨਗੀਆਂ ਉਹ ਤੇ ਅਸੀਂ ਚੱਲਾਂਗੇ। ਠੀਕ ਹੈ ਸਤਨਾਮ ਸਿੰਘ ਜੀ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇ ਤਾਂ ਮੈਂ ਇੱਕ ਆਖਰੀ ਰਿਐਕਸ਼ਨ ਤੁਹਾਡੇ ਤੋਂ ਚਾਹੂੰਗਾ। ਜੇਕਰ ਗੱਲਬਾਤ ਦੇ ਲਈ ਕੁਝ ਜਥੇਬੰਦੀਆਂ ਜਾਂਦੀਆਂ ਨੇ, ਕੇਂਦਰ ਦੇ ਨਾਲ ਗੱਲਬਾਤ ਦੇ ਲਈ ਜਾਂਦੀਆਂ ਨੇ ਕੁਝ ਜਥੇਬੰਦੀਆਂ, ਤੇ ਉਹਨਾਂ ਦੇ ਵੱਲੋਂ ਜੋ ਫੈਸਲੇ ਹੋਣਗੇ ਕੀ ਸਾਰਿਆਂ ਨੂੰ ਪ੍ਰਵਾਨ ਹੋਣਗੇ ਜਾਂ ਉਹਦੇ ਪਰ ਵੀ ਕਿੰਤੂ ਪਰੰਤੂ ਹੋ ਸਕਦਾ ਹੈ? ਹਾਂਜੀ, ਸਾਨੂੰ ਵੇਖੋ ਜਥੇਬੰਦੀਆਂ ਕੋਈ ਗੱਲਬਾਤ ਕਰਨ ਦਾ ਫੈਸਲਾ ਕਰਦੀਆਂ, ਸਾਨੂੰ ਕੋਈ ਇਤਰਾਜ਼ ਨਹੀਂਗਾ। ਬਾਕੀ ਉੱਥੇ ਜੋ ਫੈਸਲੇ ਹੁੰਦੇ ਆ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਅਸੀਂ ਵਿਚਾਰ ਲਾਂਗੇ। ਜੇ ਕੋਈ ਚੰਗਾ ਫੈਸਲਾ ਹੋਊ ਤੇ ਅਸੀਂ ਉਹਨੂੰ ਚੰਗਾ ਕਵਾਂਗੇ, ਜੇ ਕੋਈ ਨਹੀਂ ਉਸ ਤਰ੍ਹਾਂ ਦਾ ਹੋਊਗਾ ਫਿਰ ਉਹਨੂੰ ਉਸ ਤਰੀਕੇ ਨਾਲ ਕਵਾਂਗੇ। ਅਸੀਂ ਉਹਨੂੰ ਵਿਚਾਰਾਂਗੇ, ਆਪਣੀ ਮੀਟਿੰਗ ਕੋਰ ਕਮੇਟੀ 'ਚ ਵਿਚਾਰਾਂਗੇ ਵੀ ਕੀ ਫੈਸਲਾ ਕਰਕੇ ਆਈਆਂ ਉੱਥੋਂ। ਚਲੋ ਮੈਂ ਕੋਈ ਇਤਰਾਜ਼ ਨਹੀਂ ਹੈ। ਜੀ ਮੈਂ ਇੱਕ ਹੋਰ ਛੋਟੀ ਚੀਜ਼ ਜਾਣਨੀ ਚਾਹੁੰਦਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਦੋਂ ਗੱਲਬਾਤ ਦੇ ਲਈ ਰਾਜ਼ੀ ਹੋਵੇਗੀ? ਤੁਹਾਨੂੰ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਗੱਲਬਾਤ ਦੇ ਲਈ ਸੱਦਿਆ ਜਾਵੇ ਫਿਰ ਅਸੀਂ ਗੱਲ ਕਰਾਂਗੇ? ਅਸੀਂ ਵੇਖੋ ਗੌਰਵ ਜੀ, ਸਾਡੀ ਪਹਿਲਾਂ ਹੀ ਮੰਗ ਸੀ, ਜਦੋਂ 8 ਤਰੀਕ ਨੂੰ ਸੱਦਾ ਆਇਆ ਸੀ ਅਸੀਂ ਉਦੋਂ ਵੀ ਉਹ ਸੱਦੇ ਨੂੰ ਰੱਦ ਕਰਤਾ ਸੀ ਤੇ ਅਸੀਂ ਉਹ ਮੰਗ ਕੀਤੀ ਸੀ ਵੀ ਪ੍ਰਧਾਨ ਮੰਤਰੀ ਜੀ ਲੱਗ ਰਿਹਾ ਫਿਰ ਕੁਝ ਟੈਕਨੀਕਲ ਇਸ਼ੂ ਹੈਗਾ ਉਹਨਾਂ ਦੇ ਨਾਲ। ਮੈਂ ਭੁਪਿੰਦਰ ਸਾਂਬਰ ਜੀ ਇੱਕ ਤੁਹਾਡਾ ਵੀ ਰਿਐਕਸ਼ਨ ਚਾਹੂੰਗਾ ਇਸ ਵਿਚਾਲੇ। ਤੁਹਾਨੂੰ ਲੱਗਦਾ ਹੈ ਕਿ ਜਥੇਬੰਦੀਆਂ ਨੂੰ ਨਹੀਂ ਗੱਲਬਾਤ ਕਰਨੀ ਚਾਹੀਦੀ? ਤੇ ਮੈਂ ਵੀ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਜੇਕਰ ਗੱਲਬਾਤ ਨਹੀਂ ਤਾਂ ਫਿਰ ਅੱਗੇ ਗੱਲ ਤੁਰੇਗੀ ਕਿਵੇਂ? ਕੇਂਦਰ ਦੀ ਸਰਕਾਰ ਨਾਲ ਤਾਂ ਗੱਲ ਕਰਨੀ ਹੀ ਪੈਣੀ ਹੈ ਤੇ ਕਿਵੇਂ ਗੱਲਬਾਤ ਦੇ ਲਈ ਰਾਜ਼ੀ ਹੋਣਾ ਚਾਹੀਦਾ ਕਿ ਕਿਹੜੀਆਂ ਜਿਹੜੀਆਂ ਸ਼ਰਤਾਂ ਤੁਹਾਡੀਆਂ ਹੈਗੀਆਂ ਨੇ ਕਿ ਆਹ ਸ਼ਰਤਾਂ ਪੂਰੀਆਂ ਕਰੋ ਫਿਰ ਅਸੀਂ ਗੱਲ ਕਰਾਂਗੇ?
ਭੁਪਿੰਦਰ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਠੀਕ ਹੈ, ਉਹਨਾਂ ਤੱਕ ਲੱਗ ਰਿਹਾ ਆਵਾਜ਼ ਨਹੀਂ ਪਹੁੰਚ ਰਹੀ। ਕਾਲਰ ਇਸ ਵਿਚਾਲੇ ਸਾਡੇ ਨਾਲ ਜੁੜੇ ਹੋਏ ਨੇ ਲਖਵਿੰਦਰ ਜੀ ਲੁਧਿਆਣਾ ਤੋਂ। ਲਖਵਿੰਦਰ ਜੀ ਮੇਰੀ ਆਵਾਜ਼ ਆ ਰਹੀ ਹੈ ਤਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਤੁਸੀਂ ਕੀ ਕਹਿਣਾ ਚਾਹੁੰਦੇ? ਸਰ ਮੈਂ ਇਹ ਕਹਿਣਾ ਚਾਹੁੰਦਾ, ਹੈਲੋ ਜੀ ਜੀ ਤੁਹਾਡੀ ਆਵਾਜ਼ ਆ ਰਹੀ ਹੈ ਸਰ। ਮੈਂ ਚਾਹੁੰਦਾ ਕਿ ਜਦੋਂ ਵੀ ਹੁਣ ਲਾ ਲਓ ਵੀ ਜਦੋਂ ਵੀ ਇਕੱਠੇ ਹੁੰਦੇ ਕਾਂਗਰਸੀ ਜੀ ਇਹ ਆਸ ਕੀ ਹੈ ਠੀਕ ਹੈ, ਤੁਸੀਂ ਪੋਲੀਟੀਕਲ ਇਸ ਇਸ਼ੂ ਨੂੰ ਲੈ ਕੇ ਗੱਲ ਕਰ ਰਹੇ ਹੋ। ਸ਼ੁਕਰੀਆ ਸਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਦਰਸ਼ਕਾਂ ਦੇ ਨਾਲ ਵੀ ਨਾਲ ਗੱਲ ਕਰ ਸਕੀਏ ਤੇ ਸਮਝ ਸਕੀਏ ਕਿ ਆਖਿਰ ਉਹਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਤੇ ਕੀ ਕੀਤਾ ਜਾ ਰਿਹਾ ਹੈ। ਮੈਂ ਇੱਕ ਆਖਰੀ ਰਿਐਕਸ਼ਨ ਲੈ ਲੈਣਾ। ਸਾਡੇ ਨਾਲ ਭੰਗੂ ਸਾਹਿਬ ਲਗਾਤਾਰ ਜੁੜੇ ਹੋਏ ਨੇ। ਭੰਗੂ ਸਾਹਿਬ, ਜੇਕਰ ਤੁਸੀਂ 3 ਪੁਆਇੰਟ ਦੱਸ ਸਕੋ ਕਿ ਜੇਕਰ ਗੱਲਬਾਤ ਦੀ ਟੇਬਲ ਦੇ ਉੱਤੇ ਬੈਠਦੀਆਂ ਨੇ ਕਿਸਾਨ ਜਥੇਬੰਦੀਆਂ ਤਾਂ ਸਭ ਤੋਂ ਪਹਿਲਾਂ ਇਹ 3 ਪੁਆਇੰਟ ਕਲੀਅਰ ਹੋਣੇ ਚਾਹੀਦੇ ਨੇ ਕਿ ਇਹਨਾਂ ਦੇ ਉੱਤੇ ਕੇਂਦਰ ਦੀ ਸਰਕਾਰ ਕੰਮ ਕਰੇ। ਜਿਵੇਂ ਇੱਕ ਆਪਾਂ ਕਹਿ ਦਿੰਦੇ ਹਾਂ ਕਿ ਗੱਲਬਾਤ ਦਾ ਖਰੜਾ, ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਮੇਨ 3 ਪੁਆਇੰਟ ਕੀ ਨੇ? MSP, SDM, DC ਵਾਲਾ ਇਸ਼ੂ ਜਾਂ ਕੀ? ਗੌਰਵ ਜੀ, ਜਿਹੜੀ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦੀ ਕੇਂਦਰ ਸਰਕਾਰ ਦੀ ਗੱਲਬਾਤ ਕਹਿੰਦੇ, ਮੈਂ ਭਾਵੇਂ ਇਹ ਜਿਹੜੇ ਐਕਟ ਨੇ ਟੈਕਨੀਕਲ ਨੇ, ਪਰ ਮੈਂ ਇਹ ਸਮਝਦਾ ਕਿ ਇਹ ਇਸ਼ੂ ਜਿਹੜਾ ਪੋਲੀਟੀਕਲ ਹੈ ਜੀ, ਇਹ ਜਿਹੜਾ ਪੋਲੀਟੀਕਲ ਇਸ਼ੂ ਹੈ ਇਹਦੇ 'ਚ ਪੋਲੀਟੀਕਲ ਲੀਡਰਸ਼ਿਪ ਨੂੰ ਪਹਿਲ ਕਰਨੀ ਚਾਹੀਦੀ ਹੈ ਗੱਲਬਾਤ ਕਰਨ ਲਈ। ਉਹਦੇ ਵਿੱਚ ਜਿਹੜੀ ਆਪਾਂ ਬਿਊਰੋਕ੍ਰੇਸੀ ਰਾਹੀਂ ਗੱਲਬਾਤ ਕਰਾਉਣੀ ਚਾਹੁੰਦੇ ਆ, ਅਲਟੀਮੇਟਲੀ ਜਿਹੜੀ ਬਿਊਰੋਕ੍ਰੇਸੀ ਨਾਲ ਫਾਈਨਲਾਈਜ਼ ਹੋਣਾ ਹੈ, ਪਰ ਜਿੰਨਾ ਚਿਰ ਪੋਲੀਟੀਕਲ ਵਿਲ ਕੇਂਦਰ ਸਰਕਾਰ 'ਚ ਸ਼ਾਮਲ ਪਾਰਟੀਆਂ ਦੀ ਜਾਂ ਹੋਰ ਰਾਜਨੀਤਿਕ ਪਾਰਟੀਆਂ ਦੀ, ਅਲਟੀਮੇਟਲੀ ਇਹ ਸਮਝੌਤਾ ਜਿਹੜੀ ਰੂਲਿੰਗ ਪਾਰਟੀ ਨੇ ਉਹਨਾਂ ਦਾ ਕਿਸਾਨ ਜਥੇਬੰਦੀਆਂ ਨਾਲ ਹੋਣਾ ਹੈ। ਇਹਦੇ ਵਿੱਚ ਬਿਊਰੋਕ੍ਰੇਸੀ ਦਾ ਇੱਕ ਸਾਈਡ ਤੇ ਰੋਲ ਹੋ ਸਕਦਾ ਹੈ, ਪਰ ਜੇ ਤੁਸੀਂ ਸ਼ੁਰੂ ਦੇ ਵਿੱਚ ਹੀ ਕਿਸਾਨਾਂ ਦੀ ਬਿਊਰੋਕਰੈਟਸ ਦੇ ਨਾਲ ਗੱਲ ਕਰਾਓਗੇ, ਇਹਦੇ ਨਾਲ ਕੋਈ ਬਹੁਤੇ ਅੱਛੇ ਰਿਜ਼ਲਟ ਆਉਣੇ ਵਾਲੇ ਨਹੀਂ ਹਨ। ਇਹ ਪੋਲੀਟੀਕਲ ਇਸ਼ੂ ਹੈ ਤੇ ਇਹਨੂੰ ਪੋਲੀਟੀਕਲੀ ਹੱਲ ਕਰਨਾ ਚਾਹੀਦਾ ਹੈ ਜੀ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਭੁਪਿੰਦਰ ਜੀ ਤੁਹਾਡਾ ਵੀ ਧੰਨਵਾਦ। ਗੁਲਜ਼ਾਰ ਜੀ ਤੁਹਾਡਾ ਵੀ। ਸਤਨਾਮ ਸਿੰਘ ਪੰਨੂ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਪੂਰੀ ਗੱਲਬਾਤ ਦੇ ਲਈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਦੀ ਗੱਲ ਸੁਣ ਸਕੀਏ, ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਉਮੀਦ ਕਰਾਂਗੇ ਸਰਕਾਰ ਤੱਕ ਵੀ ਪਹੁੰਚੇਗੀ, ਪੰਜਾਬ BJP ਦੇ ਲੀਡਰਾਂ ਤੱਕ ਵੀ ਪਹੁੰਚੇਗੀ ਤਾਂ ਕਿ ਉਹ ਵੀ ਸੈਂਟਰ ਤੱਕ ਪਹੁੰਚਾ ਸਕਣ, ਸੈਂਟਰ 'ਚ ਬੈਠੇ ਲੋਕਾਂ ਤੱਕ ਵੀ ਇਹ ਗੱਲ ਪਹੁੰਚੇਗੀ। ਜੋ ਆਖਿਰ ਦੇ ਵਿੱਚ ਭੰਗੂ ਸਾਹਿਬ ਨੇ ਕਿਹਾ ਕਿ ਇਸ ਚੀਜ਼ ਨੂੰ ਜ਼ਰੂਰ ਸਮਝਣਾ ਚਾਹੀਦਾ ਕਿ ਇਹ ਪੂਰਾ ਮੁੱਦਾ ਪੋਲੀਟੀਕਲ ਹੈ ਤੇ ਜੇਕਰ ਗੱਲਬਾਤ ਕੇਂਦਰ ਦੀ ਸਰਕਾਰ ਨੇ ਕਰਨੀ ਹੈ ਤੇ ਜ਼ਰੂਰ ਧਿਆਨ ਦੇ ਵਿੱਚ ਰੱਖੇ ਕਿ ਬਿਊਰੋਕ੍ਰੇਸੀ ਦੇ ਨਾਲ, ਅਧਿਕਾਰੀਆਂ ਦੇ ਨਾਲ ਗੱਲਬਾਤ ਦੇ ਨਾਲ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਡਾਇਰੈਕਟਲੀ, ਜਿਵੇਂ ਮੰਤਰੀ ਨੇ ਜਾਂ ਹੋਰ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਹੋਵੇ ਤਾਂ ਕਿ ਕੋਈ ਹੱਲ ਕੱਢਿਆ ਜਾ ਸਕੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਨੇ ਆ, ਵਾਪਸ ਆਵਾਂਗੇ ਤਾਂ ਤੁਹਾਨੂੰ ਦੱਸਾਂਗੇ ਤੁਹਾਡੀ ਰਾਏ ਕਿ ਸਾਡੇ ਦਰਸ਼ਕਾਂ ਦੀ ਅੱਜ ਰਾਏ ਕੀ ਹੈ ਜੋ ਅਸੀਂ ਸਵਾਲ ਪੁੱਛਿਆ ਸੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੇ ਰਾਏ ਦੱਸਣ ਦੀ। ਜੇ ਅਸੀਂ ਅੱਜ ਸਵਾਲ ਪੁੱਛਿਆ ਸੀ ਆਪਣੇ ਦਰਸ਼ਕਾਂ ਨੂੰ ਕਿ ਜਥੇਬੰਦੀਆਂ ਦੀ ਵੱਖ-ਵੱਖ ਰਾਏ, ਜੋ ਇਸ ਸਮੇਂ ਕਿਸਾਨ ਜਥੇਬੰਦੀਆਂ ਦੀ ਵੱਖ-ਵੱਖ ਰਾਏ ਨਜ਼ਰ ਆ ਰਹੀ ਹੈ ਕਿ ਇਸ ਦੇ ਨਾਲ ਅੰਦੋਲਨ ਕਮਜ਼ੋਰ ਪੈ ਸਕਦਾ ਹੈ। ਇਹ ਅਸੀਂ ਅੱਜ ਦਾ ਸਵਾਲ ਸੀ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ ਤਾਂ ਤੁਹਾਡੀ ਰਾਏ ਸਾਡੇ ਤੱਕ ਪਹੁੰਚੀ ਹੈ, ਭਰਪੂਰ ਹੁੰਗਾਰਾ ਤੁਹਾਡਾ ਮਿਲਿਆ ਸਾਨੂੰ ਤੇ ਇਸ ਦੇ ਉੱਤੇ ਜੋ ਰਾਏ ਦਰਸ਼ਕਾਂ ਦੀ ਪਹੁੰਚੀ ਹੈ ਉਹ ਵੀ ਹੁਣ ਤੁਹਾਡੀ ਟੀਵੀ ਸਕਰੀਨ ਦੇ ਉੱਤੇ 60% ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਜੀ ਹਾਂ, ਇਸ ਤਰੀਕੇ ਨਾਲ ਅੰਦੋਲਨ ਕਮਜ਼ੋਰ ਪੈ ਸਕਦਾ ਹੈ। ਯਾਨੀ ਕਿ ਜਥੇਬੰਦੀਆਂ ਨੂੰ ਵੱਖ-ਵੱਖ ਰਾਏ ਨਹੀਂ ਬਲਕਿ ਇੱਕ ਰਾਏ ਬਣਾ ਕੇ ਅੱਗੇ ਚੱਲਣਾ ਹੋਵੇਗਾ। ਇਹ ਸਾਡੇ ਦਰਸ਼ਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਨੇ ਕਿਸਾਨ ਜਥੇਬੰਦੀਆਂ ਤੱਕ, ਜਦਕਿ 40% ਨੂੰ ਲੱਗਦਾ ਹੈ ਕਿ ਨਹੀਂ, ਇਸ ਦੇ ਨਾਲ ਕੋਈ ਫਰਕ ਨਹੀਂ ਪਏਗਾ, ਅੰਦੋਲਨ ਕਮਜ਼ੋਰ ਨਹੀਂ ਹੋਏਗਾ। ਤਾਂ ਹੁਣ ਨਜ਼ਰ ਹੈ ਮੰਗਲਵਾਰ ਵਾਲੀ ਮੀਟਿੰਗ ਦੇ ਉੱਤੇ ਕਿ ਕਿਸਾਨ ਜਥੇਬੰਦੀਆਂ ਕੀ ਫੈਸਲਾ ਲੈਂਦੀਆਂ ਨੇ, ਕਿ ਪ੍ਰਦਰਸ਼ਨ ਤਾਂ ਹੋ ਰਹੇ ਨੇ, ਕੇਂਦਰ ਦੇ ਨਾਲ ਜਾ ਕੇ ਗੱਲਬਾਤ ਕਰਨੀ ਹੈ ਜਾਂ ਨਹੀਂ, ਉਸ ਦੇ ਉੱਤੇ ਵੀ ਸਾਡੀ ਨਜ਼ਰ ਰਹੇਗੀ। ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਫਿਲਹਾਲ ਦੇ ਲਈ ਇਜਾਜ਼ਤ ਦਿਓ। ਧੰਨਵਾਦ।